ਜਾਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਤਿਹ ਕੇ ਦਰਸ਼ਨ ਕਲਮਲ ਜਾਈ, ਮਹਾਂਪੁਰਖ ਗੁਰ ਸਭ ਸੁਖ ਦਾਈ। ਗੁਣ ਖਾਨੀ ਤੇ ਸੁਨ ਅਸਬਾਨੀ, ਪਰਮ ਪ੍ਰੇਮ ਮੈਂ ਮਤ ਲਪਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ, ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਬਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਿਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਦੂਜੀ ਉਦਾਸੀ ਦੇ ਦਰਮਿਆਨ ਸਨਾਤਨ ਮਤ ਦੇ ਜੋ ਤੀਰਥ ਅਸਥਾਨ ਨੇ, ਕੁਰੂਕਸ਼ੇਤਰ, ਹਰਿਦੁਆਰ, ਬ੍ਰਿੰਦਾਬਨ, ਇਹਨਾਂ ਅਸਥਾਨਾਂ ਤੋਂ ਚੱਲਦੇ ਚੱਲਦੇ ਅਯੁੱਧਿਆ ਪਹੁੰਚਦੇ ਨੇ। ਇੱਥੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਭਾਈ ਗੁਰੂ ਨੂੰ ਮਿਲ ਕੇ
ਪਰਮੇਸ਼ਰ ਦੀ ਸਿਫਤ ਸਲਾਹ ਤੁਹਾਨੂੰ ਬੰਦਗੀ ਕਰਨੀ ਚਾਹੀਦੀ ਹੈ। ਤਾਂ ਫਿਰ ਉਹਨਾਂ ਨੇ ਪੁੱਛਿਆ ਸੀ ਕਿ ਮਹਾਰਾਜ, ਜਿਹੜੇ ਗੁਰੂ ਨੇ ਉਹਨਾਂ ਦੀਆਂ ਕਿੰਨੀਆਂ ਜਾਤੀਆਂ ਨੇ, ਕਿੰਨੀ ਕਿਸਮ ਦੇ ਗੁਰੂ ਹੁੰਦੇ ਨੇ। ਤਦੋਂ ਫਿਰ ਸਤਿਗੁਰੂ ਜੀ ਨੇ ਉਪਦੇਸ਼ ਕਰਕੇ ਸਮਝਾਇਆ ਸੀ, ਸੁਨ ਪੰਡਤ ਬੂਝਣ ਕੀਓ, ਗੁਰੂ ਕਿਤਕ ਪ੍ਰਕਾਰ, ਉੱਤਰ ਦੇਣੇ ਹੇਤ ਤਬ, ਬੋਲੇ ਗੁਰੂ ਉਧਾਰ। ਇੱਕ ਪੰਡਤ ਗੁਰ ਇੱਕ ਅਵਤੂਤਾ। ਇੱਕ ਗੁਰੂ ਜਿਹਨੂੰ ਪੰਡਤ ਗੁਰੂ ਕਹਿੰਦੇ ਨੇ, ਇੱਕ ਗੁਰੂ ਜਿਹਨੂੰ ਅਵਤੂਤ ਗੁਰੂ ਕਹਿੰਦੇ ਨੇ। ਮਹਾਪੁਰਖ ਇੱਕ ਜੇ ਮਤ ਪੂਤਾ। ਤੀਸਰਾ ਗੁਰੂ ਮਹਾਪੁਰਖ ਹੈ ਜਿਸ ਦੀ ਮਤ ਬੜੀ ਪਵਿੱਤਰ ਹੈ। ਲਖਿਆਨ ਸੁਣੋ ਭਿੰਨ ਮਨ ਮਾਨੋ, ਜੇ ਪੰਡਤ ਤਿਨ ਕੋ ਇਉਂ ਜਾਣੋ। ਸਤਿਗੁਰੂ ਕਹਿੰਦੇ ਹੁਣ ਭਾਈ ਤੁਹਾਨੂੰ ਅਸੀਂ ਇਹਨਾਂ ਦੇ ਲੱਛਣ ਵੀ ਦੱਸ ਦਿੰਦੇ ਹਾਂ ਕਿ ਇਹਨਾਂ ਦੇ ਲੱਛਣ ਕੀ ਨੇ, ਇਹਨਾਂ ਦੀ ਪਹਿਚਾਣ ਕੀ ਹੈ, ਤੇ ਇਹਦੇ ਤੋਂ ਤੁਹਾਨੂੰ ਭਿੰਨਤਾ ਸਮਝ ਆ ਜਾਏਗੀ ਕਿ ਪੰਡਤ ਗੁਰੂ ਕਿਹੜਾ ਹੈ, ਅਵਤੂਤ ਗੁਰੂ ਕੌਣ ਹੈ, ਮਹਾਪੁਰਖ ਗੁਰੂ ਕੈਸਾ ਹੈ। ਫਿਰ ਸਤਿਗੁਰੂ ਜੀ ਨੇ ਦੱਸਿਆ ਕਿ ਪੰਡਤ ਗੁਰੂ ਉਹ ਹੈ ਜਿਨੇ ਧਰਮ ਗ੍ਰੰਥ ਪੜ੍ਹੇ ਨੇ, ਲੋਕਾਂ ਨੂੰ ਸੁਣਾ ਰਿਹਾ, ਉਹਨੇ ਨਦੀ ਪਾਰ ਕਦੇ ਨਹੀਂ ਕੀਤੀ, ਪਰ ਨਦੀ ਪਾਰ ਕਰਨ ਦੀਆਂ ਉਕਤੀਆਂ ਜੁਗਤੀਆਂ ਉਹ ਦੱਸ ਰਿਹਾ ਹੈ ਕਿ ਉੱਥੋਂ ਬੇੜੀ ਮਿਲੇਗੀ, ਉੱਥੇ ਬੇੜੀ ਹੋਏਗੀ, ਉੱਥੇ ਮਲਾਹ ਹੋਏਗਾ, ਇੱਥੇ ਪਾਣੀ ਡੂੰਘਾ ਹੋਏਗਾ, ਉੱਥੇ ਤੇਜ਼ ਹੋਏਗਾ। ਪਰ ਉਹਦਾ ਆਪਣਾ ਕੋਈ ਤਜਰਬਾ, ਅਭਿਆਸ, ਉਹਦਾ ਆਪਣਾ ਕੋਈ ਐਕਸਪੀਰੀਅੰਸ ਨਹੀਂ ਹੈ। ਇਹੋ ਜਿਹਾ ਜਿਹੜਾ ਗੁਰੂ ਹੈ ਇਹ ਤੁਹਾਨੂੰ ਰਾਹ ਤੇ ਦੱਸ ਸਕਦਾ ਹੈ, ਪਰ ਨਾ ਉਸਨੇ ਆਪ ਉਸ ਮੁਕਾਮ ਨੂੰ, ਮੰਜ਼ਿਲ ਨੂੰ ਹਾਸਲ ਕੀਤਾ ਹੈ, ਨਾ ਹੀ ਉਹਦੇ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਦੂਸਰਾ ਅਵਤੂਤ ਹੈ। ਅਵਤੂਤ ਉਹ ਹੈ ਜਿਨੇ ਵਿਦਿਆ ਨਹੀਂ ਪੜ੍ਹੀ। ਪੰਡਤ ਉਹ ਸੀ ਜਿਨੇ ਵਿਦਿਆ ਪੜ੍ਹੀ ਹੈ। ਅਵਤੂਤ ਨੇ ਵਿਦਿਆ ਨਹੀਂ ਪੜ੍ਹੀ, ਪਰ ਉਹ ਤਪਸਵੀ ਹੈ, ਉਹਨੇ ਤਪ ਕੀਤੇ ਨੇ। ਤਪ ਕਰਨ ਦੇ ਨਾਲ ਉਹ ਕਿਸੇ ਨੂੰ ਸਮਝਾਉਣ ਦੇ ਸਮਰੱਥ ਨਹੀਂ ਹੈ, ਕਿਉਂਕਿ ਉਹਨੂੰ ਵਿਦਿਆ ਆਉਂਦੀ ਨਹੀਂ। ਉਹ ਆਪ ਤਰ ਸਕਦਾ ਹੈ, ਤਾਰ ਨਹੀਂ ਸਕਦਾ। ਸਤਿਗੁਰੂ ਕਹਿੰਦੇ ਨੇ ਉਹ ਬੇੜੀ ਨੁਮਾ ਨਹੀਂ ਹੈ, ਉਹ ਇੱਕ ਲਸਟਕਾ ਦੀ ਨੁਮਾ ਹੈ, ਇੱਕ ਡੰਡੇ ਸੋਟੇ ਦੀ ਨੁਮਾ ਹੈ। ਜਿਵੇਂ ਇੱਕ ਲੱਕੜੀ, ਇੱਕ ਸੋਟਾ ਖੁਦ ਤੇ ਪਾਣੀ ਵਿੱਚ ਤਰਦਾ ਹੈ, ਪਰ ਜੇ ਕੋਈ ਆਦਮੀ ਕਵੇ ਕਿ ਮੈਂ ਉਸ ਡੰਡੇ ਨੂੰ ਪਕੜ ਕੇ ਮੈਂ ਵੀ ਨਦੀ ਪਾਰ ਕਰ ਜਾਵਾਂ, ਇਹ ਨਹੀਂ ਹੋ ਸਕਦਾ। ਪਰ ਜਿਹੜਾ ਤੀਸਰਾ ਮਹਾਪੁਰਖ ਗੁਰੂ ਹੈ ਉਹ ਕੀ ਕਰਦਾ ਹੈ? ਉਹ ਕਿਸੇ ਨੂੰ ਦਿੰਦਾ ਹੈ ਤੁਲਹਾ, ਕਿਸੇ ਨੂੰ ਦਿੰਦਾ ਹੈ ਬੇੜੀ, ਕਿਸੇ ਨੂੰ ਦਿੰਦਾ ਹੈ ਸਰਨਾਈ। ਇਹ ਤਿੰਨ ਤਰੀਕੇ ਪਾਣੀ ਨੂੰ ਪਾਰ ਕਰਨ ਦੇ ਨੇ। ਬੇੜੀ ਆਪਾਂ ਸਾਰੇ ਜਾਣਦੇ ਹਾਂ। ਤੁਲਹਾ ਕੀ ਹੈ? ਜਿਹੜੇ ਦਰਿਆਵਾਂ ਦੇ ਕੰਢੇ ਪਿੰਡਾਂ ਦੇ ਲੋਕ ਰਹਿੰਦੇ ਨੇ, ਜਿਹੜੇ ਲੋਕ ਖੇਤੀਬਾੜੀ ਕਰਦੇ ਨੇ,
ਅੱਜ ਵੀ ਕਈ ਵਾਰੀ ਨਿਊਜ਼ ਆਉਂਦੀਆਂ ਨੇ ਨਾ ਜਿਹੜੀਆਂ, ਉਹਦੇ ਵਿੱਚ ਦੱਸਿਆ ਜਾਂਦਾ ਵੀ ਨਦੀ ਦੇ ਪਾਰ ਇੱਕ ਪਿੰਡ ਹੈ, ਉਸ ਪਿੰਡ ਦੇ ਬੱਚੇ ਪੜ੍ਹਨ ਜਾਂਦੇ ਨੇ। ਉਹ ਪੜ੍ਹਨ ਜਾਂਦੇ ਬੱਚੇ ਇੱਕ ਰੱਸੇ ਤੇ ਤੁਰਦੇ ਨੇ, ਇੱਕ ਰੱਸੇ ਨੂੰ ਉਤੋਂ ਹੱਥ ਨਾਲ ਉਹਨਾਂ ਫੜਿਆ ਹੁੰਦਾ ਹੈ, ਔਰ ਉਹਨਾਂ ਦੀ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਹੈ ਉਹ ਮੌਤ ਦੇ ਉੱਤੋਂ ਦੀ ਕ੍ਰਾਸ ਹੁੰਦੀ ਹੈ, ਵੀ ਕਦੇ ਵੀ ਉੱਪਰਲੇ ਰੱਸੇ ਦਾ ਹੱਥ ਛੁੱਟ ਜਾਏ ਜਾਂ ਥੱਲੇ ਵਾਲੇ ਰੱਸੇ ਤੋਂ ਪੈਰ ਅੱਗੇ ਪਿੱਛੇ ਹੋ ਜਾਏ। ਹੁਣ ਵੇਖੋ ਨਾ, ਸਾਡੇ ਵਰਗੇ ਆਦਮੀ ਦੇ ਪੈਰ ਦੇ ਥੱਲੇ ਛੋਟੀ ਜੀ ਰੋੜੀ ਆ ਜਾਏ ਤਾਂ ਅਸੀਂ ਇੱਕ ਸੈਕਿੰਡ ਵੀ ਨਹੀਂ ਖਲੋ ਸਕਦੇ, ਪਰ ਰੱਸੇ ਦੇ ਉੱਤੇ ਪੈਰ ਰੱਖ ਕੇ ਚੱਲਣਾ, ਪੂਰੀ ਨਦੀ ਪਾਰ ਕਰਨੀ। ਫਿਰ ਬੱਚਿਆਂ ਦੇ ਕੋਲ ਕਿਤਾਬਾਂ ਵੀ ਨੇ, ਜੇ ਬੱਚੇ ਇੰਜ ਜਾਂਦੇ ਨੇ ਤੇ ਬਜ਼ੁਰਗ ਵੀ ਤਾਂ ਸਮਾਨ ਲੈ ਕੇ ਇੱਦਾਂ ਹੀ ਨਦੀ ਪਾਰ ਕਰਦੇ ਹੋਣਗੇ। ਬੜਾ ਜੋਖਮ ਭਰਿਆ ਉਹਨਾਂ ਲੋਕਾਂ ਦਾ ਜੀਵਨ ਹੁੰਦਾ ਹੈ, ਪਰ ਆਮ ਐਸਾ ਨਹੀਂ ਹੁੰਦਾ। ਆਮ ਇਹੀ ਹੁੰਦਾ ਕਿ ਜਿਹੜੇ ਦਰਿਆਵਾਂ ਦੇ ਛੰਭ ਤੇ ਲੋਕ ਰਹਿੰਦੇ ਨੇ, ਉਹਨਾਂ ਨੇ ਘਰ ਵਿੱਚ ਜਿਵੇਂ ਲੱਕੜਾਂ ਦਾ ਮੁੱਠਾ ਹੁੰਦਾ ਹੈ ਨਾ, ਕਿ ਕੁਝ ਲੱਖਾਂ ਲੱਕੜੀਆਂ ਦੀ ਗੱਠ ਬੰਨ੍ਹ ਲਈ, ਉਹਨੂੰ ਕੀ ਕਰਦੇ, ਉਹ ਲੱਕੜੀਆਂ ਨੂੰ ਖੋਲ ਦਿੰਦੇ ਨੇ। ਉਹ ਪੰਡ ਦੀ ਨੁਮਾ ਨਹੀਂ ਬੰਨ੍ਹਦੇ, ਉਹ ਲੱਕੜੀਆਂ ਨੂੰ ਵਿਛਾ ਕੇ ਆਪਸ ਵਿੱਚ ਬੰਨ੍ਹ ਦਿੰਦੇ ਨੇ, ਇੱਕ ਪਟੜਾ ਟਾਈਪ ਬਣਾ ਲੈਂਦੇ ਨੇ, ਜਿਵੇਂ ਧੋਬੀ ਦਾ ਪਟੜਾ ਹੁੰਦਾ ਹੈ। ਜਦੋਂ ਲੋੜ ਪਵੇ ਉਦੋਂ ਉਹਨੂੰ ਪਾਣੀ 'ਚ ਸੁੱਟ ਲੈਂਦੇ ਨੇ। ਉਹ ਜ਼ਿਆਦਾ ਲੱਕੜਾਂ ਹੋਣ ਕਰਕੇ ਉਹ ਡੁੱਬਦਾ ਨਹੀਂ। ਉਹਦੇ ਉੱਤੇ ਆਦਮੀ ਬੈਠ ਕੇ, ਉਹ ਸਧਾਰਨ ਉਹਨਾਂ ਕੋਲੇ ਚੱਪੂ ਤਾਂ ਹੁੰਦਾ ਨਹੀਂ, ਛੋਟੀ ਮੋਟੀ ਕੋਈ ਡਾਂਗ ਲੈ ਕੇ ਉਹਦੇ ਨਾਲ ਉਹ ਆਪਣੀ ਨਦੀ ਪਾਰ ਕਰ ਲੈਂਦੇ ਨੇ। ਤੋ ਜਿਹੜਾ ਮਹਾਂਪੁਰਖ ਗੁਰੂ ਹੈ ਉਹ ਕਿਸੇ ਨੂੰ ਤੁਲਖਾ ਦਿੰਦਾ ਹੈ, ਕਿਸੇ ਨੂੰ ਸਰਨਾਈ ਦਿੰਦਾ ਹੈ। ਸਰਨਾਈ ਹੈ ਕਿ ਕੋਈ ਚਮੜੇ ਦੀ, ਕੋਈ ਖੱਲ ਦੀ ਬਣੀ ਹੋਈ ਕੋਈ ਫੂਕਣੀ, ਜਿਹਦੇ ਵਿੱਚ ਹਵਾ ਭਰ ਕੇ ਉਹਦੇ ਉੱਤੇ ਬੈਠ ਕੇ ਤਰਿਆ ਜਾ ਸਕੇ। ਕਿਸੇ ਨੂੰ ਸਤਿਗੁਰੂ ਬੇੜੀ ਦੇ ਦਿੰਦੇ ਨੇ। ਤੋ ਇਹ ਕਥਾ ਆਪਾਂ ਕੱਲ ਸੁਣ ਰਹੇ ਸੀ ਕਿ ਨਰ ਜਿਹੇ ਪਾਰ ਲੰਘਾਵਣ ਹੋਏ, ਪਾਰ ਕਰੈ ਕੇਵਟ ਸਮ ਸੋਏ, ਕਿਸੀ ਤੁਲਾ ਦੇ ਕਿਹੇ ਸਰਨਾਈ, ਕਿਸਹੂ ਨੌਕਾ ਦੇਤ ਚੜਾਈ। ਇਹ ਗੁਰੂ ਕਿਰਪਾ ਕਰਦਾ ਹੈ, ਨਾ ਤੇ ਪੰਡਤ ਗੁਰੂ ਕਰ ਸਕਦਾ ਹੈ, ਨਾ ਅਵਤੂਤ ਗੁਰੂ ਕਰ ਸਕਦਾ ਹੈ। ਜਿਹਨੇ ਇਕੱਲੇ ਨੇ ਬੈਠ ਕੇ ਸਾਧਨਾਵਾਂ ਕੀਤੀਆਂ ਨੇ, ਇਹ ਤੇ ਹੋ ਸਕਦਾ ਉਹ ਆਪ ਤਰ ਜਾਏ। ਉਹ ਤਰੇ ਤੱਕ ਹੀ ਹੈ, ਤਾਰੇ ਗੁਰਸਿੱਖ ਤੱਕ ਉਹ ਨਹੀਂ ਪਹੁੰਚ ਸਕਦਾ, ਉਹ ਦੂਜਿਆਂ ਦਾ ਉਧਾਰ ਨਹੀਂ ਕਰ ਸਕਦਾ। ਇਹ ਕੇਵਲ ਮਹਾਂਪੁਰਖ ਗੁਰੂ, ਜਿਹੜਾ ਤੀਜੀ ਜਾਤੀ ਜਿਹੜੀ ਗੁਰੂ ਦੀ ਹੈ, ਜਿਹੜੀ ਤਿੰਨ ਗੁਰੂਆਂ ਦੇ ਵਿੱਚੋਂ ਜਿਹੜੀ ਤੀਜੀ ਉੱਤਮ ਜਾਤੀ ਹੈ, ਕੇਵਲ ਉਹੀ ਕਰ ਸਕਦੀ ਹੈ। ਹਾਂਜੀ। ਤਿਹ ਕੇ ਦਰਸ਼ਨ ਕਲਮਲ ਜਾਈ, ਮਹਾਂਪੁਰਖ ਗੁਰ ਸਭ ਸੁਖ ਦਾਈ। ਤਿਹ ਕੇ ਦਰਸ਼ਨ ਕਲਮਲ ਜਾਈ, ਉਹਦੇ ਦਰਸ਼ਨ ਕੀਤਿਆਂ ਪਾਪ ਚਲੇ ਜਾਂਦੇ ਨੇ। ਮਹਾਂਪੁਰਖ ਗੁਰ ਸਭ ਸੁਖਦਾਈ, ਜਿਹੜਾ ਮਹਾਂਪੁਰਖ ਗੁਰੂ ਹੈ ਉਹ ਸੁੱਖਾਂ ਦਾ ਦਾਤਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ ਕੋਈ ਆਦਮੀ ਕਹਿ ਸਕਦਾ ਕਿ ਬਾਣੀ ਪੜ੍ਹਨ ਕਰਕੇ, ਗੁਰਦੁਆਰੇ ਜਾਣ ਕਰਕੇ, ਸੰਗਤ ਵਿੱਚ ਬੈਠਣ ਕਰਕੇ, ਸੇਵਾ ਕਰਨ ਕਰਕੇ, ਦਾਨ ਪੁੰਨ ਕਰਨ ਕਰਕੇ, ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛਕਦਿਆਂ ਕੋਈ ਮੈਨੂੰ ਦੁੱਖ ਆਇਆ ਹੈ? ਨਹੀਂ। ਇਹ ਸਾਰੇ ਤਰੀਕੇ ਜਿਹੜੇ ਨੇ, ਇਹਨਾਂ ਤੋਂ ਸੁੱਖ ਉਪਜਦਾ ਹੈ। ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲਾਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਗੁਰੂ ਦੀ ਸੇਵਾ ਕੀਤਿਆਂ ਤੇ ਜੰਮਣ ਮਰਨ ਵੀ ਮਿਟਦਾ ਹੈ। ਗੁਰੂ ਦੀ ਸੇਵਾ ਕਰੀਏ
ਤੇ ਜਿਹੜਾ ਕਾਲ ਹੈ, ਜਿਹੜੇ ਮੌਤ ਦੇ ਦੂਤ ਨੇ, ਉਹਨਾਂ ਦਾ ਜ਼ੋਰ ਨਹੀਂ ਚੱਲਦਾ। ਉਹ ਕਦੇ ਰੱਬ ਦੇ ਭਗਤਾਂ ਨੂੰ ਬੰਦੀ ਬਣਾ ਕੇ ਨਹੀਂ ਲੈ ਕੇ ਜਾ ਸਕਦੇ। ਦੇਖੋ, ਮਰਨਾ ਤੇ ਸਭ ਨੇ, ਚੰਗੇ ਮਾੜੇ ਸਾਰੇ ਬੰਦਿਆਂ ਨੂੰ ਮੌਤ ਆਉਂਦੀ ਹੈ। ਦੇਵਤੇ ਦੈਤ ਸਾਰਿਆਂ ਨੂੰ ਮੌਤ ਆਉਂਦੀ ਹੈ। ਇੱਥੇ ਰਾਮ ਗਇਓ ਰਾਵਣ ਗਇਓ, ਇਹ ਸੱਚ ਹੈ, ਪਰ ਦੋਨਾਂ ਦੀ ਮੌਤ ਵਿੱਚ ਫਰਕ ਹੈ। ਜੇ ਰਾਮਚੰਦਰ ਦੀ ਮੌਤ ਦਾ ਜ਼ਿਕਰ ਆਉਂਦਾ ਤੇ ਕਹਿੰਦੇ ਜੀ ਉਹ ਤਾਂ ਨਗਰੀ ਦਾ ਵੀ ਉਧਾਰ ਕਰ ਦਿੱਤਾ। ਜੇ ਰਾਵਣ ਦੀ ਮੌਤ ਦਾ ਜ਼ਿਕਰ ਆਉਂਦਾ ਤੇ ਫਿਰ ਮੂਰਖ ਰਾਵਣ ਕਿਆ ਲੈ ਗਿਆ, ਲੰਕਾ ਗੜ ਸੋਨੇ ਕਾ ਪਿਆ। ਜਿਹਦੇ ਕੋਲ ਸੋਨੇ ਦੀ ਲੰਕਾ ਸੀ, ਉਹ ਮੂਰਖ ਰਾਵਣ ਕੀ ਲੈ ਕੇ ਗਿਆ ਦੁਨੀਆ ਤੋਂ ਭਾਈ? ਨਾਂਗੇ ਆਵਣ ਨਾਂਗੇ ਜਾਣਾ, ਕੋਏ ਨਾ ਰਹਿ ਹੈ ਰਾਜਾ ਰਾਣਾ। ਹਾਂਜੀ, ਗੁਣ ਖਾਨੀ ਤੇ ਸੁਨ ਅਸਬਾਨੀ, ਪਰਮ ਪ੍ਰੇਮ ਮੈਂ ਮਤ ਲਪਟਾਨੀ। ਗੁਣਾਂ ਦੇ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲੋਂ ਅਯੁੱਧਿਆ ਦੇ ਜਿਹੜੇ ਨਿਵਾਸੀ ਲੋਕ ਸੀ, ਉਹਨਾਂ ਨੇ ਬਾਣੀ ਸੁਣੀ ਤੇ ਗੁਰੂ ਦੀ ਬਾਣੀ ਦੇ ਵਿੱਚ ਇਹ ਕਿਰਪਾ ਹੈ ਕਿ ਇਸ ਬਾਣੀ ਦੇ ਨਾਲ ਪਵਿੱਤਰ ਮਨ ਹੁੰਦਾ ਹੈ, ਆਤਮਾ ਪਵਿੱਤਰ ਹੁੰਦੀ ਹੈ। ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ। ਉਹ ਉਸ ਤੋਂ ਸਕਾ, ਉਸ ਤੋਂ ਤੁਹਾਡਾ ਆਪਣਾ ਵੱਡਾ ਕੋਈ ਨਹੀਂ ਹੋ ਸਕਦਾ। ਹੁਣ ਪ੍ਰਭੂ ਦਾ ਜਦੋਂ ਉਹਨਾਂ ਨੇ ਨਾਮ ਸੁਣਿਆ, ਵਡਿਆਈ ਸੁਣੀ, ਸੁਣਾਉਣ ਵਾਲੇ ਕੌਣ ਸੀ? ਸਤਿਗੁਰੂ ਸੀ ਭਾਈ। ਤੋ ਕਵੀ ਜੀ ਇੱਥੇ ਲਿਖਦੇ ਨੇ ਉਹਨਾਂ ਦੇ ਮਨ ਨਿਰਮਲ ਹੋਏ ਨੇ, ਉਹਨਾਂ ਦੀ ਆਤਮਾ ਪਵਿੱਤਰ ਹੋਈ ਹੈ। ਗਹਿ ਪਦ ਪੰਕਜ ਬਿਨੈ ਬਖਾਨੈ, ਮੁਕਤ ਦਾਨ ਦਾ ਰੂਪ ਪਛਾਨੈ। ਉਹਨਾਂ ਨੂੰ ਇੱਕ ਗੱਲ ਸਮਝ ਆ ਗਈ ਕਿ ਇਹ ਮੁਕਤੀ ਦਾ ਦਾਤਾ ਹੈ, ਇਹ ਪਰਮੇਸ਼ਰ ਦਾ ਰੂਪ ਹੈ। ਇਸੇ ਕਰਕੇ ਫਿਰ ਉਹਨਾਂ ਨੇ ਗੁਰੂ ਜੀ ਦੇ ਜਿਹੜੇ ਕਮਲ ਰੂਪੀ ਚਰਨ ਸੀ ਉਹ ਪਕੜ ਲਏ, ਉਹ ਢਹਿ ਪਏ ਗੁਰੂ ਦੇ ਚਰਨਾਂ ਤੇ। ਸਾਡੀ ਗਲਤੀ ਕੀ, ਅਸੀਂ ਆਉਂਦੇ ਹਾਂ ਪਹਿਲਾਂ ਮੱਥਾ ਟੇਕਦੇ ਹਾਂ, ਮੁੜ ਕੇ ਉੱਠ ਕੇ ਚਲੇ ਜਾਂਦੇ ਵੀ ਗੱਲ ਤੇ ਬਣੀ ਨਹੀਂ। ਇਹ ਜਿਹੜੇ ਲੋਕ ਆਏ ਸੀ, ਇਹਨਾਂ ਨੇ ਮੱਥਾ ਤੇ ਆਉਂਦਿਆਂ ਵੀ ਟੇਕਿਆ, ਪਰ ਫਰਕ ਸੀ। ਹੁਣ ਜਦੋਂ ਸਮਝ ਆ ਗਈ ਤੇ ਹੁਣ ਕੇਵਲ ਮੱਥਾ ਨਹੀਂ ਟੇਕਿਆ, ਹੁਣ ਤੇ ਗੁਰੂ ਦੇ ਚਰਨਾਂ ਨਾਲ ਹੀ ਲਿਪਟ ਗਏ। ਇਹਨਾਂ ਨੂੰ ਸਮਝ ਆ ਗਈ ਵੀ ਇਹ ਪਰਮੇਸ਼ਰ ਰੂਪ ਹੈ, ਇਹੀ ਮੁਕਤੀ ਦਾ ਦਾਤਾ ਹੈ। ਬੜੀ ਸੁਖੈਨ ਸਾਨੂੰ ਮੋਕਸ਼ ਜਿਹੜੀ ਹੈ ਉਹ ਪ੍ਰਾਪਤ ਹੋ ਸਕਦੀ ਹੈ, ਸਾਡਾ ਆਵਾਗਮਨ ਮਿਟ ਸਕਦਾ ਹੈ। ਹਾਂਜੀ, ਭਵ ਸਾਗਰ ਮੈਂ ਹੈ ਦੁਖ ਭਾਰਾ, ਨਿਜ ਕਰਨਾ ਕਰ ਕਰੋ ਉਦਾਰਾ। ਇਸ ਕਰਕੇ ਭਵ ਸਾਗਰ ਮੈਂ ਹੈ ਦੁਖ ਭਾਰਾ, ਇਹ ਹੁਣ ਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਨੇ, ਕਹਿਣ ਲੱਗੇ ਮਹਾਰਾਜ ਸਾਡੇ ਤੇ ਕਿਰਪਾ ਕਰੋ। ਇਹ ਜਿਹੜਾ ਸੰਸਾਰ ਇਹਦੇ ਵਿੱਚ ਭਾਰੇ ਦੁੱਖ ਨੇ। ਵੇਖੋ, ਅਸੀਂ ਸੰਸਾਰ ਦੀ ਹਰ ਚੀਜ਼ ਨੂੰ ਇਕੱਠਾ ਕਰਦੇ ਹਾਂ, ਆਪਣੇ ਕੋਲ ਹਾਸਲ ਕਰਨਾ ਚਾਹੁੰਦੇ ਹਾਂ, ਸੁਖ ਦਾ ਪ੍ਰਤੀਕ ਮੰਨ ਕੇ ਕਿ ਸ਼ਾਇਦ ਇਹ ਚੀਜ਼ਾਂ ਸੁਖ ਦੀਆਂ ਪ੍ਰਤੀਕ ਹੋਣਗੀਆਂ, ਹੈਗੀਆਂ ਵੀ ਨੇ। ਪਰ ਅਗਲੀ ਗੱਲ ਵਿਦਵਾਨਾਂ ਨੇ ਬੜੀ ਸੋਹਣੀ ਆਖੀ ਹੈ, ਗਰੰਟੀ ਨਹੀਂ ਹੈ। ਤੁਸੀਂ ਮਹਿੰਗਾ ਬੈੱਡ ਲੈ ਕੇ ਆਓਗੇ, ਸੁਖ ਦਾ ਪ੍ਰਤੀਕ ਹੈ ਵੀ ਬੜੇ ਸੋਹਣੇ ਤਰੀਕੇ ਨਾਲ ਤੁਸੀਂ ਰਾਤ ਇਹਦੇ ਤੇ ਸੌਵੋਗੇ, ਪਰ ਨੀਂਦ ਆਏਗੀ ਕਿ ਨਹੀਂ ਆਏਗੀ ਇਹਦੀ ਗਰੰਟੀ ਕੋਈ ਨਹੀਂ ਹੈ। ਹੁਣ ਜਿਹਦਾ ਸਵਸਥ ਠੀਕ ਨਹੀਂ, ਉਹਨੂੰ ਗੱਦੇ ਦੀਆਂ ਜਾਤੀਆਂ ਦੱਸੀ ਚੱਲੋ। ਕੱਲ ਇੱਕ ਮੇਰੇ ਕੋਲ ਪਰਿਵਾਰ ਆਇਆ, ਉਹ ਦੱਸਣ ਲੱਗ ਗਿਆ ਜੀ ਕੋਈ ਵਾਟਰ ਪਿਊਰੀਫਾਈ ਦਾ
ਕੋਈ ਨਵਾਂ ਤਰੀਕਾ ਆਇਆ ਹੈ। ਮੈਂ ਕਿਹਾ ਜੀ ਫਿਰ? ਕਹਿੰਦੇ ਇੱਥੇ ਲਾਓ ਜੀ। ਮੈਂ ਕਿਹਾ ਉਹਦਾ ਅਮਾਊਂਟ ਕਿੰਨਾ ਹੈ? ਹੋਏਗਾ ਜੀ 3-3.5 ਲੱਖ ਰੁਪਈਆ। ਮੈਂ ਕਿਹਾ 10,000 ਬੰਦੇ ਨੂੰ ਪਾਣੀ ਪਿਆਏਗਾ? ਨਹੀਂ ਜੀ। ਤਾਂ ਮੈਂ ਕਿਹਾ ਫਿਰ ਤਾਂ ਲੜਾਈ ਪੈ ਜਾਏਗੀ। ਫਿਰ ਗੁਰਦੁਆਰੇ ਦੇ ਵਿੱਚ ਅਸੀਂ ਅਗਲੀ ਗੱਲ ਵੀ ਤੇ ਜਾਣਦੇ ਹਾਂ ਨਾ ਕਿ ਲੋਕ ਖਾਂਦੇ ਘੱਟ ਨੇ, ਪੈਕ ਜ਼ਿਆਦਾ ਕਰਦੇ ਨੇ। ਅਗਲਾ ਪਹਿਲਾਂ ਆਪ ਪੀਏਗਾ, ਪੀਣ ਤੋਂ ਬਾਅਦ ਬੋਤਲ ਭਰਨੀ ਸ਼ੁਰੂ ਕਰ ਦੇਗਾ। ਮੈਂ ਕਿਹਾ ਤੇ ਫਿਰ ਇੱਕ ਨਵੀਂ ਗੱਲ ਕਹਿੰਦੇ ਜੀ ਆਪਣੇ ਘਰ ਲਾ ਲਓ। ਮੈਂ ਕਿਹਾ ਜੀ ਮੈਂ ਆਪਣੇ ਘਰ ਲਾ ਲਵਾਂ ਜੀ? ਘਰ ਵਾਸਤੇ ਲਾਉਣਾ ਹੋਵੇ ਕਹਿੰਦੇ ਜੀ 2 ਲੱਖ, 4-5 ਬੰਦਿਆਂ ਵਾਸਤੇ। ਹੁਣ ਤੁਸੀਂ ਚੀਜ਼ਾਂ ਵੇਚਣ ਵਾਲਿਆਂ ਦੀ ਮਤਲਬ ਥਿਊਰੀ ਵੇਖੋਗੇ ਤੁਸੀਂ। ਗੁਰਦੁਆਰੇ 'ਚ 2,70,000 ਦਾ, ਮਤਲਬ ਜੇ 4-5 ਬੰਦਿਆਂ ਨੂੰ 2 ਲੱਖ ਦਾ ਪਾਣੀ ਪਿਆਉਂਦਾ ਹੈ ਤੇ 2,70,000 ਦਾ 20 ਬੰਦਿਆਂ ਨੂੰ ਪਾਣੀ ਪਿਆ ਦੇਗਾ, ਹੋਰ ਕੀ ਕਰੇਗਾ? ਕਹਿੰਦਾ ਜੀ ਘਰ ਲਾ ਲਓ। ਮੈਂ ਕਿਹਾ ਪੈਸੇ? ਕਹਿੰਦਾ ਜੀ ਪੈਸਿਆਂ ਨੂੰ ਛੱਡੋ, ਸਿਹਤ ਦਾ ਧਿਆਨ ਕਰੋ। ਮੈਂ ਕਿਹਾ ਫਿਰ ਲਾ ਦਿਓ ਮੇਰੇ ਘਰ। ਨਹੀਂ ਪੈਸੇ ਤਾਂ ਤੁਹਾਨੂੰ ਦੇਣੇ ਹੋਣਗੇ। ਮੈਂ ਕਿਹਾ ਤੁਸੀਂ ਮੈਨੂੰ ਤਨਖਾਹ ਤੇ ਪੁੱਛ ਲਓ ਵੀ ਮੇਰੀ ਤਨਖਾਹ 30,000 ਹੈ ਤੇ 2 ਲੱਖ ਦਾ ਤੁਸੀਂ ਵਾਟਰ ਪਿਊਰੀਫਾਈ ਦਾ ਪਲਾਂਟ ਲੱਗੇ ਹੋ ਮੇਰੇ ਘਰ 'ਚ ਲਾਉਣ। ਉਹ ਫਿਰ ਵੀ ਨਹੀਂ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਮੈਂ ਕਿਹਾ ਭਾਈ ਗੱਲ ਇਹ ਹੈ ਵੀ ਤੁਹਾਨੂੰ ਸਮਾਨ ਵੇਚਣ ਦਾ ਨਾ ਬੁਖਾਰ ਸਿਰ ਨੂੰ ਚੜ੍ਹ ਗਿਆ, ਇਹਦਾ ਇਲਾਜ ਹੀ ਕੋਈ ਨਹੀਂ ਹੈ। ਇਹ ਦੁਨੀਆ ਦਾ ਇੱਕ ਤਰੀਕਾ ਹੈ ਕਿ ਅਸੀਂ ਜਦੋਂ ਤੁਸੀਂ ਇਸ ਕਥਾ ਨੂੰ ਸੁਣੋਗੇ, ਭਵ ਸਾਗਰ ਮੈਂ ਹੈ ਦੁੱਖ ਭਰਾ। ਹੁਣ ਤੁਸੀਂ ਦੱਸ ਦਿਓ ਦੁਨੀਆ ਵਿੱਚ ਕਿਹੜੀ ਚੀਜ਼ ਜਿਹੜੀ ਹੈ ਸੁੱਖ ਦਾ ਪ੍ਰਤੀਕ ਹੈ? ਕਹਿੰਦਾ ਜੀ ਉਸ ਤੋਂ ਬਾਅਦ ਗਰੰਟੀ ਹੈ, ਬਿਮਾਰੀ ਨਹੀਂ ਲੱਗਦੀ। ਮੈਂ ਕਿਹਾ ਹਸਪੀਟਲਾਂ 'ਚ ਲਾਓ, ਵੀ ਉੱਥੋਂ ਜਾ ਕੇ ਲੋਕ ਪਾਣੀ ਪੀਣ ਤੇ ਠੀਕ ਹੋ ਜਾਣ। ਮੈਂ ਇਹ ਨਹੀਂ ਕਹਿੰਦਾ ਕਿ ਉਹਦੇ ਨਾਲ ਠੀਕ ਨਹੀਂ ਹੁੰਦੇ ਹੋਣਗੇ, ਪਰ ਇਹ ਚੀਜ਼ਾਂ ਸੁੱਖ ਦੀਆਂ ਪ੍ਰਤੀਕ ਮੰਨੀਆਂ ਜਾਣਗੀਆਂ, ਗਰੰਟੀਆਂ ਨਹੀਂ ਮੰਨੀਆਂ ਜਾਣਗੀਆਂ। ਮੌਤ ਕਿਹੜੇ ਦੇਸ਼ ਵਿੱਚ ਨਹੀਂ ਹੈ? ਸਰਬਦੇਸ਼ੀ ਹੈ, ਸਰਬਕਾਲੀ ਹੈ। ਦੁੱਖ ਕਿਹੜੇ ਦੇਸ਼ ਵਿੱਚ ਨਹੀਂ ਹੈ? ਮੈਂ ਤੇ ਗੱਲ ਅਕਸਰ ਹੀ ਆਪ ਜੀ ਨਾਲ ਸਾਂਝੀ ਕਰਦਾ ਕਿ ਸਭ ਤੋਂ ਵੱਡਾ ਮੁਲਕ ਅਮਰੀਕਾ ਹੈ। ਹਰ ਚੀਜ਼ ਵੱਡੀ ਹੈ ਉੱਥੇ, ਤੇ ਆਪ ਜੀ ਨੂੰ ਸ਼ਾਇਦ ਇਹ ਵੀ ਪਤਾ ਹੋਵੇ ਪਾਗਲਾਂ ਦਾ ਹਸਪੀਟਲ ਵੀ ਸਭ ਤੋਂ ਵੱਡਾ ਉੱਥੇ ਹੈ। ਉੱਥੇ ਜਦੋਂ ਵੀ ਆਪਾਂ ਗੋਲੀ ਚੱਲਦੀ ਸੁਣਦੇ ਹਾਂ ਕਿ ਉੱਥੇ ਗੋਲੀ ਕੋਈ ਜਾਣਬੁੱਝ ਕੇ ਚਲਾਉਂਦਾ ਹੈ? ਨਾ, ਡਿਪਰੈਸ਼ਨ ਵਿੱਚ ਹੁੰਦੇ ਨੇ ਲੋਕ। ਅਕਸਰ ਇਹੀ ਰਿਪੋਰਟ ਮਿਲਦੀ ਬਾਅਦ ਵਿੱਚ ਵੀ ਨਹੀਂ, ਉਹ ਮੈਂਟਲੀ ਡਿਸਟਰਬ ਆਦਮੀ ਸੀਗਾ। ਸਕੂਲ 'ਚ ਬੱਚੇ ਮਾਰਤੇ, ਮਾਲ 'ਚ ਜਾ ਕੇ ਬੰਦੇ ਮਾਰਤੇ, ਹੋਟਲ 'ਚ ਜਾ ਕੇ ਲੋਕ ਯਾਤਰੂ ਮਾਰਤੇ। ਤੋ ਸੰਸਾਰ ਕੀ ਹੈ? ਸੰਸਾਰ ਆਪਣੇ ਆਪ ਦੇ ਵਿੱਚ ਇੱਕ ਦੁੱਖ ਹੈ। ਆਪਾਂ ਰੋਜ਼ ਇਹੀ ਪੜ੍ਹਦੇ ਹਾਂ ਕਿ ਦੁੱਖ ਕਦੋਂ ਆਉਂਦਾ ਹੈ? ਜਦੋਂ ਅਸੀਂ ਪਰਮਾਤਮਾ ਤੋਂ ਵਿਛੜਦੇ ਹਾਂ। ਤੇ ਪਰਮਾਤਮਾ ਤੋਂ ਵਿਛੜਨ ਦੀ ਪਹਿਲੀ ਘਟਨਾ ਤੇ ਇਹੀ ਹੈ ਕਿ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਸਾਰ, ਦੁਨੀ ਚਿੱਤ ਲਾਇਆ। ਜਿਹੜਾ ਗਰਭ ਦੇ ਵਿੱਚ ਰਾਮ ਰਾਮ ਕਰਦਾ ਸੀ, ਵਾਹਿਗੁਰੂ ਵਾਹਿਗੁਰੂ ਕਰਦਾ ਸੀ, ਉਹ ਜਿਵੇਂ ਹੀ ਦੁਨੀਆ ਵਿੱਚ ਆਇਆ ਉਹਨੇ ਮਾਂ ਕਰਨੀ ਸ਼ੁਰੂ ਕਰਤੀ। ਤੇ ਜਦੋਂ ਉਹ ਹਟਿਆ ਮੁੜ ਕੇ ਮੈਂ ਕਰਨੀ ਸ਼ੁਰੂ ਕਰਤੀ। ਮਾਂ ਤੇ ਫਿਰ ਮੁੱਕ ਗਈ, ਮੈਂ ਮੁੱਕੀ ਨਹੀਂ। ਮਾਂ ਦਾ ਤੇ ਭੋਗ ਪੈ ਗਿਆ, 5, 10, 15, 20 ਸਾਲੀ ਮਨ ਭਰ ਗਿਆ, ਪਰ ਮੈਂ ਨਹੀਂ ਮੁੱਕੀ, ਮਰਦਿਆਂ ਤੱਕ ਨਹੀਂ ਮੁੱਕੀ ਉਹਦੀ। ਮੈਂ ਇਹ ਕੀਤਾ, ਮੈਂ ਉਹ ਕੀਤਾ। ਹੁਣ ਕਹਿਣਾ ਕੀ ਸੀਗਾ? ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਇਹ ਜਿਹੜੇ ਅਯੁੱਧਿਆ ਦੇ ਰਹਿਣ ਵਾਲੇ ਲੋਕ ਸੀ, ਉਹ ਕਹਿੰਦੇ ਭਵ ਸਾਗਰ ਮੈਂ ਹਵੈ ਦੁੱਖ ਭਾਰਾ, ਨਿਜ ਕਰੁਣਾ ਕਰੋ ਉਧਾਰਾ। ਕਹਿਣ ਲੱਗੇ ਜੀ ਸਾਡਾ ਉਧਾਰ ਕਰਕੇ ਜਾਓ। ਸਾਨੂੰ ਨਹੀਂ ਪਤਾ, ਅਸੀਂ ਹੁਣ ਤੁਹਾਡੇ ਚਰਨ ਪਕੜ ਲਏ ਨੇ, ਸਾਨੂੰ ਮੋਕਸ਼ ਮੁਕਤੀ ਤੁਸੀਂ ਦੇਣੀ ਹੈ।
ਹਾਂਜੀ। ਸਿੱਖ ਆਪਣੇ ਕੀਜੀਏ, ਸੁਭ ਉਪਦੇਸ਼ ਦ੍ਰਿੜਾਏ। ਸਾਨੂੰ ਆਪਣੇ ਸਿੱਖ ਬਣਾਓ, ਸਾਨੂੰ ਆਪਣਾ ਉਪਦੇਸ਼ ਦਿਓ, ਸਾਨੂੰ ਆਪਣੀ ਮੱਤ ਦ੍ਰਿੜ ਕਰਾਓ। ਸਿੱਖ ਦੇ ਵਾਸਤੇ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਗੁਰੂ ਕੋਲ ਆ ਕੇ ਗੁਰੂ ਦੀ ਮੱਤ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੈ। ਰੋਜ਼ ਇਹੀ ਪਾਠ ਸਾਨੂੰ ਪੜ੍ਹਨਾ ਚਾਹੀਦਾ ਕਿ ਗੁਰ ਕੀ ਮਤ ਤੂੰ ਲੇਹ ਇਹ ਆਣੇ, ਤੇ ਆਪ ਵੀ ਕਹਿਣਾ ਚਾਹੀਦਾ ਕਿ ਸਾ ਮਤ ਦੇਹੋ ਦਿਆਲ ਪ੍ਰਭ। ਹਾਂਜੀ। ਜਸ ਤੁਮਰਾ ਸਰਵਨ ਸੁਣਿਓ, ਦਰਸ਼ ਦਿਓ ਅਬ ਆਏ। ਇਹਨੂੰ ਕਹਿੰਦੇ ਨੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਅਯੁੱਧਿਆ ਦੇ ਵਾਸੀ ਕਹਿੰਦੇ ਮਹਾਰਾਜ ਜਸ ਤੁਮਰਾ ਸਰਵਣਨ ਸੁਣਿਓ ਦਰਸ਼ ਦਿਓ ਅਬ ਆਏ। ਕਹਿੰਦੇ ਜੀ ਵਡਿਆਈ ਤੁਹਾਡੀ ਸੁਣੀ ਨੂੰ ਤੇ ਬੜਾ ਚਿਰ ਹੋ ਗਿਆ, ਬੜੇ ਚਿਰ ਤੋਂ ਸੁਣਦੇ ਸੀ ਵੀ ਨਾਨਕ ਕੋਈ ਅਵਤਾਰੀ ਪੁਰਖ ਆਇਆ, ਬੜੀ ਮਹਿਮਾ ਸੁਣੀ ਹੈ ਤੁਹਾਡੀ, ਪਰ ਇਹ ਤੇ ਕਿਰਪਾ ਹੁਣ ਹੋਈ ਕਿ ਤੁਹਾਡੇ ਦਰਸ਼ਨ ਅੱਜ ਹੋਏ ਨੇ ਸਾਨੂੰ। ਹਾਂਜੀ। ਤਿਨ ਕੀ ਦੇਖ ਦੀਨਤਾ ਦਿਆਲਾ, ਦੇਤ ਭਏ ਉਪਦੇਸ਼ ਰਸਾਲਾ। ਉਹਨਾਂ ਦੀ ਦੀਨਤਾ, ਉਹਨਾਂ ਦੀ ਗਰੀਬੀ ਨੂੰ ਵੇਖ ਸਤਿਗੁਰੂ ਤਰੁੱਠੇ ਨੇ, ਫਿਰ ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ, ਸਿੱਖਿਆ ਦਿੱਤੀ ਹੈ। ਹਾਂਜੀ। ਜਗਤ ਜਾਣੀਐ ਹਿਰਦੇ ਅਨਿਤਾ, ਸਿਮਰੋ ਸਤ ਨਾਮ ਨਿਤ ਚਿੱਤਾ। ਸਤਿਗੁਰੂ ਕਹਿੰਦੇ ਇਹਦਾ ਸਿਰਫ ਇੱਕੋ ਹੀ ਤਰੀਕਾ ਹੈ, ਬੜਾ ਸੌਖਾ ਤਰੀਕਾ ਹੈ ਕਿ ਜੇ ਰੱਬ ਦਾ ਸਿਮਰਨ ਕਰਨਾ ਹੈ ਤੇ ਇੱਕ ਗੱਲ ਆਪਣੇ ਮਨ ਵਿੱਚ ਵਸਾ ਲਓ ਵੀ ਇਹ ਜਿਹੜਾ ਜਗਤ ਹੈ ਇਹ ਅਨਿਤ ਹੈ। ਜਿਵੇਂ ਆਪਾਂ ਸ਼ਬਦ ਪੜ੍ਹਦੇ ਨਾ, ਦੇਹ ਅਨਿਤ ਨਾ ਨਿਤ ਰਹੇ। ਸਰੀਰ ਕੀ ਹੈ? ਇਹ ਅਨਿਤ ਹੈ, ਅੱਜ ਹੈ ਕੱਲ ਨਹੀਂ ਹੋਏਗਾ, ਕੱਲ ਹੋਏਗਾ ਪਰਸੋਂ ਨਹੀਂ ਹੋਏਗਾ। ਸੰਸਾਰ ਕੀ ਹੈ? ਇਹ ਅਨਿਤ ਹੈ, ਅੱਜ ਹੈ ਕੱਲ ਨਹੀਂ ਹੋਏਗਾ। ਸਾਡੇ ਚ ਅਕਸਰ ਇਹ ਭਾਣੇ ਵਰਤਦੇ ਨੇ ਕਿ ਆਪਾਂ ਖੁਦ ਕਹਿੰਦੇ ਆ ਕਿ ਬਈ ਬੰਦਾ ਮੈਨੂੰ ਮਿਲ ਕੇ ਗਿਆ। ਸਾਡੇ ਇੱਥੇ ਭਾਈ ਸਾਹਿਬ ਡਿਊਟੀ ਕਰਦੇ ਸੀ, ਇੱਕ ਦਿਨ ਪਹਿਲਾਂ ਸਵੇਰੇ ਜਦੋਂ ਡਿਊਟੀ ਸਮਾਪਤ ਹੋਈ 7:30 ਪੌਣੇ 8 ਦਾ ਟਾਈਮ ਹੋਏਗਾ, ਤੇ ਬੈਠੇ ਬੈਠੇ ਤਾਂ ਮੇਰੇ ਗੋਡੇ ਤੇ ਹੱਥ ਲਾ ਕੇ ਕਹਿੰਦੇ ਭਾਈ ਸਾਹਿਬ ਜੀ ਆ ਗਿਆ, ਮੈਂ ਜਾਵਾਂ। ਮੈਂ ਕਿਹਾ ਜਾਓ। ਤੇ ਠੀਕ 24 ਘੰਟਿਆਂ ਬਾਅਦ ਅਗਲੇ ਦਿਨ ਮੈਂ ਕਿਹਾ ਵੀ ਉਹ ਆਏ ਨਹੀਂ। ਕਹਿੰਦੇ ਜੀ ਉਹਨਾਂ ਨੂੰ ਸਵੇਰੇ ਤਕਲੀਫ ਹੋ ਗਈ। ਤੇ ਠੀਕ ਉਸ ਟਾਈਮ ਇਹ ਖਬਰ ਵੀ ਆ ਗਈ ਵੀ ਉਹ ਤਾਂ ਦੁਨੀਆ ਤੋਂ ਹੀ ਚਲੇ ਗਏ। ਇਹ ਹੋ ਗਏ 2 ਸਾਲ ਹੋ ਗਏ ਇਸ ਗੱਲ ਨੂੰ, 1.5 ਸਾਲ ਤੋਂ ਉੱਪਰ ਹੀ ਹੋ ਗਿਆ ਟਾਈਮ। ਇਹ ਗਰੰਟੀ ਨਹੀਂ ਹੈ। ਜਦੋਂ ਅਸੀਂ ਮੰਨ ਲਵਾਂਗੇ ਸੰਸਾਰ ਅਨਿਤ ਹੈ, ਫਿਰ ਸਿਮਰਨ ਹੋਏਗਾ, ਨਹੀਂ ਤੇ ਨਹੀਂ ਹੋਏਗਾ। ਨਹੀਂ ਤੇ ਮੇਰੀ ਕੋਠੀ, ਮੇਰੀ ਕਾਰ, ਮੇਰਾ ਕਾਰੋਬਾਰ, ਮੇਰੇ ਪੈਸੇ, ਮੇਰੇ ਭੈਣ ਭਰਾ, ਮੇਰੇ ਰਿਸ਼ਤੇਦਾਰ, ਮੇਰੀ ਦੁਨੀਆ, ਤੇ ਜਦੋਂ ਸਮਝ ਆ ਜਾਏ ਵੀ ਇਹ ਤੇ ਸੱਚ ਹੈ ਹੀ ਨਹੀਂ ਭਾਈ, ਫਿਰ ਸਾਡੇ ਮੂੰਹ ਤੋਂ ਨਿਕਲੇਗਾ ਵੀ ਫਿਰ ਪਤਾ ਕਰੀਏ ਸੱਚ ਕੌਣ ਹੈ, ਤਾਂ ਫਿਰ ਪਤਾ ਲੱਗੇਗਾ ਵੀ ਸੱਚ ਤੇ ਪਰਮਾਤਮਾ ਹੈ। ਸਦੀਵ ਕੇਵਲ ਤੇ ਕੇਵਲ ਵਾਹਿਗੁਰੂ ਹੈ। ਸਤਿਗੁਰੂ ਕਹਿਣ ਲੱਗੇ ਭਾਈ ਜਗਤ ਜਾਣੀਐ ਹਿਰਦੇ ਅਨਿਤਾ, ਸਤ ਨਾਮ ਸਿਮਰੋ ਨਿਤ ਚਿੱਤਾ। ਫਿਰ ਤੁਸੀਂ ਆਪਣੇ ਮਨ ਵਿੱਚ ਇਹਨਾਂ ਚੀਜ਼ਾਂ ਦਾ ਸਿਮਰਨ ਨਹੀਂ ਕਰੋਗੇ, ਫਿਰ ਤੁਹਾਡੇ ਅੰਦਰ ਸਿਮਰਨ ਹੋਏਗਾ ਵਾਹਿਗੁਰੂ ਦਾ, ਸਤਨਾਮ ਦਾ। ਹਾਂਜੀ। ਮਨ ਰੋਕਣ ਕੋ ਕਰ ਅਭਿਆਸਾ, ਵੈ ਤੁਮ ਕੋ ਪ੍ਰਾਪਤ ਸੁਖ ਰਾਸਾ। ਸਤਿਗੁਰੂ ਕਹਿਣ ਲੱਗੇ ਮਨ ਨੂੰ ਰੋਕਣ ਦਾ ਅਭਿਆਸ ਕਰੋ। ਅੱਜ ਤੁਸੀਂ ਵੇਖੋ ਸਾਡੀ ਜਿੰਨੀ ਐਕਟੀਵਿਟੀ ਹੈ, ਜਿੰਨੀ ਕਾਰਗੁਜ਼ਾਰੀ ਹੈ, ਉਹ ਮਨ ਨੂੰ ਰੋਕਣ ਦੀ ਨਹੀਂ ਹੈ, ਮਨ ਦੀਆਂ ਉਡਾਰੀਆਂ ਵਧਾਉਣ ਦੀ ਹੈ। ਮਨ ਦੇ ਫੁਰਨੇ, ਮਨ ਦੀਆਂ ਵਾਸ਼ਨਾਵਾਂ, ਜਿੱਥੇ ਜਿੱਥੇ ਮਨ ਜਾਂਦਾ ਹੈ ਉੱਥੋਂ ਕੋਈ ਨਾ ਕੋਈ ਨਵੀਂ ਚੀਜ਼ ਚੁੱਕ ਲਿਆਉਂਦਾ ਵੀ ਮੈਨੂੰ ਵੀ ਇਹ ਚਾਹੀਦਾ, ਮੈਂ ਵੀ ਉੱਥੇ ਜਾਣਾ ਹੈ, ਮੈਨੂੰ ਵੀ
ਇੰਜ ਕਰਨਾ ਹੈ। ਸਤਿਗੁਰੂ ਕਹਿੰਦੇ ਉਲਟਾ ਮਨ ਨੂੰ ਰੋਕਣਾ ਹੈ, ਆਪਣੇ ਮਨ ਨੂੰ ਆਵਾਜ਼ ਦੇਣੀ ਹੈ ਕਿ ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨੇ ਕੀਨੀ, ਹਵੈ ਤੁਮ ਕੋ ਪ੍ਰਾਪਤ ਸੁਖ ਰਸ। ਤੁਸੀਂ ਮਨ ਨੂੰ ਰੋਕ ਲਓ। ਹੁਣ ਤੁਸੀਂ ਕਹੋਗੇ ਜੀ ਸਾਨੂੰ ਤਾਂ ਅੱਜ ਪਤਾ ਲੱਗਾ ਹੈ। ਨਹੀਂ, ਅੱਜ ਨਹੀਂ ਪਤਾ ਲੱਗਾ, ਤੁਸੀਂ ਜਪਜੀ ਸਾਹਿਬ ਅਜੇ ਪੜ੍ਹਿਆ ਹੀ ਨਹੀਂ। ਜੇ ਜਪਜੀ ਸਾਹਿਬ ਪੜ੍ਹਿਆ ਹੁੰਦਾ ਤੇ ਤੁਹਾਨੂੰ ਇਹ ਗੱਲ ਪਹਿਲੇ ਦਿਨ ਗੁਰੂ ਨਾਨਕ ਦੇ ਘਰ ਪਤਾ ਲੱਗ ਜਾਣੀ ਸੀ ਕਿ ਮਨ ਜੀਤੈ ਜਗ ਜੀਤ। ਦੁਨੀਆ ਨਹੀਂ ਜੇ ਜਿੱਤੀ ਜਾਣੀ, ਸਮਰਾਟ ਸਿਕੰਦਰ ਤੋਂ ਨਹੀਂ ਜਿੱਤੀ ਗਈ, ਕਿਸੇ ਹਿਟਲਰ ਵਰਗੇ ਤੋਂ ਨਹੀਂ ਜਿੱਤੀ ਗਈ। ਸਾਰੀ ਦੁਨੀਆ ਤੇ ਕੋਈ ਵੀ ਅੰਗਰੇਜ਼ ਵੀ ਸਾਰੀ ਦੁਨੀਆ ਤੇ ਰਾਜ ਨਹੀਂ ਕਰ ਸਕੇ। ਹਾਲਾਂਕਿ ਬਜ਼ੁਰਗਾਂ ਦਾ ਫਾਰਮੂਲਾ ਬੜਾ ਵਧੀਆ ਸੀ ਕਿ ਭਾਈ ਅੰਗਰੇਜ਼ਾਂ ਦਾ ਰਾਜ ਤੇ ਬੜਾ ਵੱਡਾ ਹੋਇਆ ਹੈ, ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਡੁੱਬਦਾ। ਠੀਕ ਹੈ, ਪਰ ਸਾਰੀ ਦੁਨੀਆ ਉਹਨਾਂ ਵੀ ਕਵਰ ਨਹੀਂ ਕੀਤੀ। ਵੱਡੇ ਵੱਡੇ ਮੁਗਲ ਬਾਦਸ਼ਾਹ ਹੋਏ ਕਿ ਉਹਨਾਂ ਨੇ ਸਾਰੀ ਦੁਨੀਆ ਤੇ ਰਾਜ ਕਰ ਲਿਆ? ਨਹੀਂ, ਸਾਰੀ ਦੁਨੀਆ ਤੇ ਰਾਜ ਕੋਈ ਨਹੀਂ ਕਰ ਸਕਦਾ, ਕਿਸੇ ਤੋਂ ਵੀ ਨਹੀਂ ਹੋ ਸਕਦਾ। ਇਸ ਕਰਕੇ ਮਨ ਨੂੰ ਜਿੱਤ ਲਓਗੇ ਜਗਤ ਜਿੱਤਿਆ ਜਾਏਗਾ। ਜਦੋਂ ਤੁਹਾਡਾ ਮਨ ਰੁਕ ਜਾਏਗਾ, ਤੁਹਾਡੇ ਲਈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਵੈਲਿਊ ਖਤਮ ਹੋ ਜਾਏਗੀ। ਦੇਖੋ ਨਾ, ਹੁਣ ਸ਼ਾਦੀ ਹੈ ਤੁਹਾਡੇ ਪਰਿਵਾਰ ਵਿੱਚ, ਤੁਸੀਂ ਆਪਣੇ ਮਨ ਨੂੰ ਰੋਕ ਲਓ ਵੀ ਮੈਂ ਜਾ ਕੇ ਉੱਥੇ ਕੀ ਕਰਨਾ ਹੈ। ਤੇ ਉਹ ਪੁੱਛਣਗੇ ਵੀ ਬਜ਼ੁਰਗ ਕਿਉਂ ਨਹੀਂ ਆਏ ਜੀ, ਉਹਨਾਂ ਨੂੰ ਆਉਣਾ ਚਾਹੀਦਾ ਸੀ। ਤੇ ਜਿਹੜੇ ਮੇਰੇ ਵਰਗਿਆਂ ਨੇ ਮਨ ਬਣਾ ਲਿਆ ਵੀ ਵਿਆਹ ਤੇ ਜਾਣਾ ਹੈ, ਉਹ ਤੇ ਪੁੱਛਦਾ ਫਿਰਦਾ ਹੈ ਕਿ ਫੰਕਸ਼ਨ ਕਿੰਨੇ ਨੇ, ਕਿਹੜੇ ਹੋਟਲ 'ਚ ਕਿਹੜਾ ਹੈ, ਕਿਹੜੇ ਫਾਰਮ ਹਾਊਸ ਤੇ ਕਿਹੜਾ ਹੈ। ਉਹ ਪਾਗਲ ਹੋਇਆ ਫਿਰਦਾ। ਜਿਹਨੇ ਇੱਕ ਫੈਸਲਾ ਕਰ ਲਿਆ ਵੀ ਨਹੀਂ ਮੈਂ ਨਹੀਂ ਜਾਣਾ, ਮੇਰੇ ਤੋਂ ਨਹੀਂ ਰਾਤ ਨੂੰ ਤੁਰਿਆ ਜਾਂਦਾ, ਮੈਂ ਤਾਂ ਆਪਣਾ ਆਰਾਮ ਨਾਲ ਮੰਜੀ ਤੇ ਦੋ ਪ੍ਰਸ਼ਾਦੇ ਖਾਵਾਂਗਾ ਤੇ ਆਪਣੀ ਮੰਜੀ ਤੇ ਆਰਾਮ ਕਰਾਂਗਾ। ਹੁਣ ਉਹਦੇ ਲਈ ਜਿੰਨੇ ਮਰਜ਼ੀ ਮਹਿੰਗੇ ਮਹਿੰਗੇ ਫੰਕਸ਼ਨ ਹੋਣ, ਉਹ ਮੀਨਿੰਗਲੈਸ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਤੇ ਜਿਹਨੇ ਤਮਾਸ਼ੇ ਵੇਖਣੇ ਨੇ ਉੱਥੇ ਜਾ ਕੇ ਵੀ ਪੁੱਛੇਗਾ ਵੀ ਇਹ ਕੇਟਰਿੰਗ ਕਿੰਨੇ ਦੀ ਹੋਈ ਹੈ, ਇਹ ਨੱਚਣ ਗਾਉਣ ਵਾਲੇ ਕਿੰਨੇ ਦੇ ਆਏ ਨੇ, ਇਹ ਬੈਂਕਟ ਹਾਲ ਦੀ ਬੁਕਿੰਗ ਕਿੰਨੇ ਦੀ ਹੋਈ ਹੈ। ਇਹ ਉਹਦੀ ਹੈ ਜਿਹਦਾ ਮਨ ਅੱਗੇ ਅੱਗੇ ਜਾ ਰਿਹਾ ਹੈ। ਤੇ ਜਿਹਨੇ ਆਪਣਾ ਮਨ ਰੋਕ ਲਿਆ ਉਹਦੇ ਲਈ ਖਤਮ ਹੈ। ਉਹਦੇ ਲਈ ਵਿਆਹ ਤੁਸੀਂ ਗੁਰਦੁਆਰੇ 'ਚ ਕਰ ਲਿਆ ਜਾਂ ਜਾ ਕੇ ਦੁਨੀਆ ਦੇ ਕਿਸੇ 7 ਸਟਾਰ 'ਚ ਕਰ ਲਿਆ, ਉਹਦੇ ਲਈ ਕੀ, ਉਹਦਾ ਕੋਈ ਅਰਥ ਹੀ ਨਹੀਂ ਹੈ। ਉਹਦੇ ਲਈ ਇਹ ਸਾਰੀਆਂ ਚੀਜ਼ਾਂ ਬੇਮਾਇਨਾ ਨੇ। ਇਸ ਕਰਕੇ ਮਨ ਜੀਤ ਹੈ ਜਗ ਜੀਤ, ਦੁਨੀਆ ਨੂੰ ਤੁਸੀਂ ਜਿੱਤ ਨਹੀਂ ਪਾਓਗੇ। ਹਾਂਜੀ। ਜਬ ਹੀ ਜਗਤ ਅਸਤ ਪਛਾਨੋ, ਮਨ ਸੰਕਲਪ ਸੁਖੈ ਨੰਗਹਾਨੋ। ਮੈਂ ਕੱਲ ਪਰਸੋਂ ਇੱਕ ਸ਼ਾਦੀ ਅਟੈਂਡ ਕੀਤੀ ਹੈ, ਮੈਂ ਸੁਣ ਕੇ ਹੈਰਾਨ ਸੀ। ਕਹਿੰਦੇ ਕੁੜੀ ਦੇ ਕੱਪੜੇ 2 ਕਰੋੜ ਦੇ ਨੇ, 30-35 ਲੱਖ ਰੁਪਏ ਮੀਟਰ ਕੱਪੜਾ ਸੀ। ਜਿਹੜੇ ਕੱਪੜੇ ਕੁੜੀ ਨੇ ਪਾਏ ਉਹਦਾ ਮੀਟਰ ਦਾ ਰੇਟ ਇੰਨਾ ਸੀ। ਕੀ ਹੋਏਗਾ, ਉੱਤੇ ਡਾਇਮੰਡ ਲੱਗੇ ਹੋਣਗੇ, ਹੋਰ ਕੀ ਹੋਏਗਾ। ਹੁਣ ਜਿੰਨੇ ਦਾ ਮੀਟਰ ਉਹਦਾ ਕੱਪੜਾ ਹੈ, ਇਹਨੇ ਨਾਲ ਤੇ ਗਰੀਬ ਦੀਆਂ 5-7 ਧੀਆਂ ਦਾ ਵਿਆਹ ਹੋ ਜਾਂਦਾ ਹੈ। 2-3-4-5 ਲੱਖ ਦੇ ਵਿੱਚ ਬੜੀ ਸਿੰਪਲ ਸ਼ਾਦੀ ਹੋ ਜਾਂਦੀ, ਬੜੇ ਆਰਾਮ ਨਾਲ, ਉਹ ਵੀ ਚੰਗੀ ਰੋਟੀ ਖਾ ਕੇ, ਚੰਗੀ ਸੋਹਣੀ ਮਿਲਣੀ ਵੀ ਹੋ ਸਕਦੀ ਹੈ। ਹੁਣ ਇਹਦੀ ਵਾਸ਼ਨਾਵਾਂ ਦੀ ਕੀ ਸੀਮਾ ਹੈ। ਜਿੰਨਾ ਮਰਜ਼ੀ ਮਨ ਆਪਣਾ ਭਟਕਾਈ ਜਾਣ, ਸੋਚੀ ਜਾਓ ਵੀ ਨਹੀਂ ਮੈਂ ਤਾਂ ਆਪਣੀ ਧੀ ਦਾ ਵਿਆਹ ਇਦਾਂ ਹੀ ਕਰਨਾ ਹੈ, ਇਦਾਂ ਕਰਨਾ, ਤੇ ਫਿਰ ਕੁੱਲ ਦੁਨੀਆ ਦਾ ਧਨ ਲੁੱਟਣਾ ਪਵੇਗਾ ਤੁਹਾਨੂੰ। ਪਹਿਲਾਂ ਕਿੰਨੀ ਠੱਗੀ ਠੋਰੀ ਕਰਨੀ ਪਏਗੀ, ਕਿੰਨਾ ਝੂਠ ਬੋਲਣਾ ਪਏਗਾ, ਕਿੰਨੇ ਆਪਣੀ ਜ਼ਿੰਦਗੀ ਦੇ ਸੁੱਖ ਛੱਡਣੇ ਪੈਣਗੇ, ਕਿੰਨੇ ਵਾਰੀ ਇਸ ਮਾਇਆ ਨੂੰ ਇਕੱਠਾ ਕਰਨ ਲਈ ਸੀਸ ਤਲੀ ਤੇ ਰੱਖਣਾ ਪਏਗਾ। ਫਿਰ ਹੀ ਇਹ ਪਾਪਾ ਬਾਝੋਂ ਹੋਵੇ ਨਾ ਹੀ। ਇਹ ਮਾਇਆ ਐਵੇਂ ਇਕੱਠੀ ਨਹੀਂ ਹੁੰਦੀ, ਪਹਿਲਾਂ ਇਕੱਠੀ ਕਰੋਗੇ ਫਿਰ ਕੀ, ਫਿਰ ਸ਼ੋਅ ਅਪ ਕਰੋਗੇ।
ਪਰ ਸਭ ਤੋਂ ਵਧੀਆ ਇਸ ਵੇਲੇ ਜਿਹੜਾ ਪੈਸਾ ਕਮਾਉਣ ਦਾ ਹੈ, ਇਹ ਮੇਰੇ ਖੁਦ ਇੱਕ ਦੋਸਤ ਟੇਲਰ ਨੇ ਮੈਨੂੰ ਦੱਸਿਆ ਹੈ। ਕਹਿੰਦਾ ਵੀ ਲੜਕੀ ਲੜਕੇ ਦੇ ਵਿਆਹ ਤੋਂ ਵਧੀਆ ਪ੍ਰੋਫਿਟ ਕਿਸੇ ਕੰਮ ਵਿੱਚ ਨਹੀਂ ਹੈਗਾ। ਕਹਿੰਦਾ ਜਿੰਨਾ ਮਰਜ਼ੀ ਪੈਸੇ ਮੰਗ ਲਓ, ਨਾਲ ਗਾਰੰਟੀ ਦੇ ਦਿਓ। ਕਹਿੰਦਾ ਕਦੇ ਵੀ ਵਿਆਹ ਵਾਲੇ ਕੱਪੜੇ ਨਾ ਲੜਕੀ ਮੁੜ ਕੇ ਪਾਵੇ ਨਾ ਲੜਕਾ ਮੁੜ ਕੇ ਪਾਵੇ। ਤੇ ਉਸ ਦਿਨ ਕੱਪੜਿਆਂ ਦੀ ਕੀਮਤ ਨਹੀਂ ਹੁੰਦੀ, ਮਾਂ ਪਿਓ ਨੂੰ ਵੀ ਨਹੀਂ ਪਤਾ ਵੀ ਇਹ ਕੱਪੜਾ ਕਿਹੜਾ ਹੈ। ਬਸ ਇੱਕੋ ਹੀ ਦੱਸੀ ਜਾਣਾ ਜੀ ਇਹ ਤੇ 5 ਲੱਖ ਦਾ ਜੀ ਕਾਕੇ ਦਾ ਬਣਿਆ ਜੀ। ਉਹ ਕਹਿੰਦੇ ਕਾਕੀ ਦਾ 7 ਲੱਖ ਦਾ ਬਣਿਆ ਜੀ। ਕਿਹੜਾ ਕੱਪੜਾ ਲੱਗਿਆ ਕੋਈ ਪਤਾ ਨਹੀਂ, ਕਿਹੜੀ ਸਟਿਚਿੰਗ ਹੋਈ ਹੈ ਕੋਈ ਪਤਾ ਨਹੀਂ, ਪਤਾ ਕਿਸੇ ਨੂੰ ਕੁਝ ਨਹੀਂ ਹੈ। ਮੈਂ ਕਿਹਾ ਜੀ ਗਰੰਟੀ ਕਿਵੇਂ ਦਿੰਦੇ ਹੋ? ਕਹਿੰਦੇ ਜੇ ਧੋਣਗੇ ਤੇ ਖਰਾਬ ਹੋਏਗਾ, ਤੇ ਧੋਣਗੇ ਤਾਂ ਜੇ ਪਾਉਣਗੇ ਤਾਂ, ਜੇ ਜਦੋਂ ਪਾਉਣਾ ਹੀ ਨਹੀਂ ਧੋਣਾ ਹੀ ਨਹੀਂ। ਕਹਿੰਦਾ ਸਾਰੀ ਉਮਰ ਦੀ ਗਰੰਟੀ ਹੈ। ਤੋ ਸਤਿਗੁਰੂ ਸਾਨੂੰ ਬਾਰ-ਬਾਰ ਸਮਝਾਉਂਦੇ ਨੇ, ਬੰਦਿਆ ਕੀ ਤੂੰ ਆਪਣੀ ਜ਼ਿੰਦਗੀ 'ਚ ਸੁੱਖ ਲੈਣਾ ਚਾਹੁੰਦਾ? ਸਿਰਫ ਆਪਣੇ ਮਨ ਨੂੰ ਰੋਕ। ਲੋੜਾਂ ਨਹੀਂ ਰੋਕਣ ਲਈ ਕਿਹਾ, ਲੋੜਾਂ ਦੀ ਪੂਰਤੀ ਵਾਸਤੇ ਰੋਟੀ ਦੀ, ਕੱਪੜੇ ਦੀ, ਮਕਾਨ ਦੀ ਗੱਲ ਕਦੇ ਸਤਿਗੁਰੂ ਨੇ ਨਿਸ਼ੇਧ ਨਹੀਂ ਕੀਤਾ। ਤੁਸੀਂ ਵਿਆਹ ਸ਼ਾਦੀ ਕਰਦੇ ਹੋ, ਬੱਚੇ ਨੇ, ਕਦੇ ਵਾਹਿਗੁਰੂ ਨੇ ਨਿਸ਼ੇਧ, ਸਤਿਗੁਰੂ ਦੀ ਬਾਣੀ 'ਚ ਕਦੇ ਨਿਸ਼ੇਧ ਨਹੀਂ ਹੈ। ਤੁਸੀਂ ਨੌਕਰੀ ਕਰਦੇ ਹੋ, ਖੇਤੀਬਾੜੀ ਕਰਦੇ ਹੋ, ਵਣਜ ਵਪਾਰ ਕਰਦੇ ਹੋ, ਸਤਿਗੁਰੂ ਕਦੇ ਇਸ ਗੱਲ ਦਾ ਨਿਸ਼ੇਧ ਨਹੀਂ ਕਰਦੇ। ਹਾਂਜੀ, ਇਸ ਪ੍ਰਕਾਰ ਕੋ ਦੇ ਉਪਦੇਸ਼ਾ ਆਗੇ ਗਮਨ ਕੀਨ ਜਗਤੇਸ਼ਾ। ਇਸ ਤਰ੍ਹਾਂ ਦਾ ਉਪਦੇਸ਼ ਅਯੁੱਧਿਆ ਦੇ ਵਾਸੀਆਂ ਨੂੰ ਦਿੱਤਾ। ਇੱਥੋਂ ਫਿਰ ਗੁਰੂ ਨਾਨਕ ਸਾਹਿਬ ਅੱਗੇ ਚੱਲੇ ਨੇ। ਹਾਂਜੀ, ਕਾਂਚੀ ਬਿਖੈ ਜਾਏ ਕੀ ਡੇਰਾ ਤਟ ਸੁਰ ਸਰ ਜਹ ਸੁੰਦਰ ਹੀਰਾ। ਇੱਥੋਂ ਸਤਿਗੁਰੂ ਫਿਰ ਪਹੁੰਚਦੇ ਨੇ ਕਾਸ਼ੀ, ਜਿਹਨੂੰ ਸ਼ਿਵਪੁਰੀ ਕਹਿੰਦੇ ਨੇ, ਜਿਹਨੂੰ ਬਨਾਰਸ ਵੀ ਕਹਿੰਦੇ ਨੇ, ਜਿਹਨੂੰ ਹਿੰਦੂ ਧਰਮ ਦੀ ਯੂਨੀਵਰਸਿਟੀ ਵੀ ਕਹਿੰਦੇ ਨੇ। ਬੜੇ ਬੜੇ ਨਾਮ ਕਾਸ਼ੀ ਦੇ ਨਾਲ ਜੋੜੇ ਗਏ ਨੇ। ਉੱਥੇ ਜਦੋਂ ਸਤਿਗੁਰੂ ਪਹੁੰਚਦੇ ਨੇ ਤੇ ਸਤਿਗੁਰੂ ਨੇ ਜਾ ਕੇ ਉੱਥੇ ਗੰਗਾ ਦੇ ਕਿਨਾਰੇ ਆਪਣਾ ਡੇਰਾ ਕਰ ਲਿਆ, ਆਪਣਾ ਜਾ ਕੇ ਆਸਣ ਲਾ ਲਿਆ। ਸਤਿਗੁਰੂ ਕਾਸ਼ੀ ਪਹੁੰਚੇ ਨੇ। ਹਾਂਜੀ, ਅਤਿਸ਼ੈ ਉਜਲ ਨੀਰਤ ਰੰਗਾ ਸਤਨਾਮ ਕੋ ਜਸ ਜਨ ਚੰਗਾ। ਇੱਥੇ ਗੰਗਾ ਦਾ ਜਿਹੜਾ ਪਾਣੀ ਸੀ ਬੜਾ ਨਿਰਮਲ ਸੀ। ਤੇ ਗੁਰੂ ਨਾਨਕ ਦੇ ਪਿਤਾ ਦੀ ਕਵੀ ਜੀ ਮਹਿਮਾ ਕਹਿੰਦੇ ਨੇ, ਕਹਿੰਦੇ ਮੇਰੇ ਸਤਿਗੁਰੂ ਦੀ ਮਹਿਮਾ ਜਿਹੜੀ ਹੈ ਇਹ ਅਤਿਸ਼ੈ ਉਜਲ ਹੈ, ਜਿਹਦਾ ਸਿਮਰਨ ਸਤਿਗੁਰੂ ਆਪ ਵੀ ਕਰਦੇ ਨੇ, ਜਿਹਦਾ ਉਪਦੇਸ਼ ਸਤਿਗੁਰੂ ਦੁਨੀਆ ਨੂੰ ਵੀ ਵੰਡਦੇ ਨੇ। ਹਾਂਜੀ, ਉਤੇ ਤਾਹਾਂ ਜੇ ਪੰਡਤ ਭਾਰੀ ਸੁਣ ਕਰ ਸੁਧ ਤਿਨ ਸ਼੍ਰੋਣ ਮਜਾਰੀ। ਜਿਹੜੇ ਕਾਸ਼ੀ ਦੇ ਭਾਰੀ ਪੰਡਤ ਸਨ, ਵੱਡੇ ਵੱਡੇ ਵਿਦਵਾਨ ਪੰਡਤ ਸਨ, ਉਹਨਾਂ ਨੇ ਸੁਣਿਆ, ਜਿਵੇਂ ਅਯੁੱਧਿਆ ਵਾਲਿਆਂ ਨੇ ਸੁਣਿਆ, ਉਹ ਵੀ ਆਏ। ਹੁਣ ਤੱਕ ਗੁਰੂ ਨਾਨਕ ਸਾਹਿਬ ਦੀ ਖਬਰ ਜਿਹੜੀ ਹੈ ਉਹ ਸਭ ਥਾਵਾਂ ਤੇ ਪਹੁੰਚ ਚੁੱਕੀ ਹੈ। ਕਿਸੇ ਨੇ ਦਰਸ਼ਨ ਕੀਤੇ ਨੇ, ਕਿਸੇ ਨੇ ਨਹੀਂ ਕੀਤੇ, ਪਰ ਗੁਰੂ ਨਾਨਕ ਸਾਹਿਬ ਦੀ ਮਹਿਮਾ, ਸ਼ੋਭਾ, ਵਡਿਆਈ ਇਹ ਸਭ ਨੇ ਸੁਣੀ ਹੈ। ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਰੱਬੀ ਅਵਤਾਰ ਬਣ ਕੇ ਧਰਤੀ ਤੇ ਆਏ ਨੇ। ਹੁਣ ਇਹ ਪਤਾ ਲੱਗਿਆ ਜਦੋਂ ਵੱਡੇ ਪੰਡਤ ਜਨਾਂ ਨੂੰ, ਹੋਤੇ ਤਹਾਂ ਜੋ ਪੰਡਤ ਭਾਰੀ ਸੁਣ ਕਰ ਸੁਧ ਤਿਨ ਸ਼੍ਰੋਣ ਮਜਾਰੀ। ਉਹਨਾਂ ਨੇ ਆਪ ਕੰਨਾਂ ਵਿੱਚ ਗੁਰੂ ਦੀ ਵਡਿਆਈ ਸੁਣੀ, ਗੁਰੂ ਦੀ ਆਮਦ ਸੁਣੀ, ਗੁਰੂ ਜੀ ਦੇ ਆਉਣ ਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ। ਹਾਂਜੀ, ਮਿਲ ਕਰ ਸਭ ਹੀ ਆਪ ਸਮਾਹੀ ਆਵਤ ਭੇ ਤਿਆਰ ਹਰ ਖਾਹੀ। ਉਹ ਫਿਰ ਸਾਰੇ ਤਿਆਰ ਹੋਏ, ਆਪਸ ਵਿੱਚ ਮਿਲੇ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਕੋਈ ਜਿੱਤ ਨਹੀਂ ਸਕਿਆ।
ਇਸ ਕਰਕੇ ਹੁਣ ਇਹ ਪੰਡਤ ਤਿਆਰੀ ਕਰਕੇ ਆਪਸ ਵਿੱਚ ਮਿਲ ਕੇ ਆਏ ਨੇ ਵੀ ਇਕੱਠੇ ਹੋ ਕੇ ਚੱਲਦੇ ਆ। ਆਪਣੇ ਧਰਮ ਦੀ ਗੱਲ ਉਹਨਾਂ ਦੇ ਅੱਗੇ ਰੱਖਾਂਗੇ ਆਪਾਂ ਭਾਈ। ਹਾਂਜੀ। ਪੂਰਨ ਸੰਤ ਸੁਣਤ ਥੇ ਜਾਂ ਕੋ ਦਰਸ਼ਨ ਕਰੈ ਚਲੋ ਅਬ ਤਾਂ ਕੋ। ਕਈ ਸ਼ਰਧਾਲੂ ਵੀ ਸਨ, ਉਹ ਕਹਿੰਦੇ ਭਾਈ ਉਹ ਪੂਰਨ ਸੰਤ ਨੇ, ਚਲੋ ਆਪਣੇ ਭਾਗ ਵੱਡੇ ਕਰੀਏ, ਆਪਣੇ ਭਾਗ ਜਗਾਈਏ ਤੇ ਉਹਨਾਂ ਦੇ ਚੱਲ ਕੇ ਦਰਸ਼ਨ ਪਰਸੀਏ। ਨਰ ਬ੍ਰਿੰਦਨ ਸੋ ਪੰਡਤ ਆਏ ਸ਼੍ਰੀ ਗੁਰ ਆਗੇ ਸੀਸ ਨਿਵਾਏ। ਸੋ ਜਿਹੜੇ ਪੰਡਤ ਲੋਕ ਆਏ ਨੇ ਉਹਨਾਂ ਸਾਰਿਆਂ ਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ, ਸਭ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਧਰ ਉਰ ਸ਼ਰਧਾ ਕੋ ਟਿਕ ਬੈਸੇ ਪ੍ਰਸ਼ਨ ਕੀਨ ਮਿਲ ਕੇ ਤਬ ਐਸੇ। ਬੜੀ ਸ਼ਰਧਾ ਨਾਲ ਗੁਰੂ ਜੀ ਦੇ ਕੋਲ ਬੈਠੇ ਨੇ ਔਰ ਸਤਿਗੁਰੂ ਜੀ ਦੇ ਸਨਮੁਖ ਉਹਨਾਂ ਨੇ ਆਪਣੇ ਮਨ ਦੇ ਕੁਝ ਪ੍ਰਸ਼ਨ ਵੀ ਪੁੱਛੇ, ਉਹ ਵੀ ਅੱਗੇ ਰੱਖੇ ਨੇ। ਜਿਹੜੀਆਂ ਕੁਝ ਗੱਲਾਂ ਉਹਨਾਂ ਦੇ ਮਨ ਵਿੱਚ ਸੀ ਉਹ ਸਤਿਗੁਰੂ ਮਹਾਰਾਜ ਦੇ ਕੋਲੋਂ ਫਿਰ ਉਹ ਜਾਣਨਾ ਚਾਹੁੰਦੇ ਨੇ। ਹਾਂਜੀ। ਵੇਦ ਸ਼ਾਸਤਰ ਨਿਤ ਪ੍ਰਤ ਪੜਤ ਸੁਨਤ ਸਦਾ ਵਿਵਹਾਰ। ਆਖਿਆ ਮਹਾਰਾਜ ਅਸੀਂ ਪੰਡਤ ਲੋਕ ਆ, ਸਾਰਾ ਦਿਨ ਵੇਦ ਪੜ੍ਹਦੇ ਆ, ਸ਼ਾਸਤਰ ਪੜ੍ਹਦੇ ਆ। ਇਹ ਸੁਣਨਾ ਤੇ ਪੜ੍ਹਨਾ ਇਹ ਸਾਡਾ ਵਿਹਾਰ ਹੈ, ਵੀ ਸਾਡੀ ਰੋਟੀ ਰੋਜੀ ਵੀ ਇਹੋ ਹੀ ਹੈ, ਸਾਡੀ ਕਿਰਤ ਵੀ ਇਹੋ ਹੀ ਹੈ। ਅਸੀਂ ਧਰਮ ਗ੍ਰੰਥ ਪੜ੍ਹਦੇ ਆ, ਸੁਣਦੇ ਆ, ਇਹ ਸਾਡੀ ਪਾਠ ਪੂਜਾ ਵੀ ਹੈ ਤੇ ਸਾਡੀ ਰੋਟੀ ਰੋਜੀ ਵੀ ਹੈ, ਸਾਡਾ ਕੰਮ ਧੰਦਾ ਵੀ ਇਹੋ ਹੀ ਹੈ। ਹਾਂਜੀ। ਹਮ ਉਰ ਸ਼ਾਹਤ ਨ ਆਵਈ ਮਿਟਤ ਨਹੀਂ ਅੰਕਾਰ। ਕੁਝ ਪੰਡਤ ਜਿਹੜੇ ਭਾਗਾਂ ਵਾਲੇ ਸਨ ਉਹਨਾਂ ਨੇ ਸੱਚ ਬੋਲਿਆ, ਕਹਿਣ ਲੱਗੇ ਮਹਾਰਾਜ ਸ਼ਾਂਤੀ ਕੋਈ ਨਹੀਂ ਹੈ। ਵੇਦ ਸ਼ਾਸਤਰ ਪੜ੍ਹੀ ਦੇ ਨੇ, ਸੁਣਾਈ ਦੇ ਨੇ, ਸ਼ਾਂਤੀ ਕੋਈ ਨਹੀਂ ਹੈ, ਸਹਿਜ ਕੋਈ ਨਹੀਂ ਹੈ, ਅਡੋਲਤਾ ਕੋਈ ਨਹੀਂ ਹੈ ਤੇ ਸਾਰਾ ਦਿਨ ਹੰਕਾਰ ਦੇ ਵਿੱਚ ਭਰੇ ਰਹੀਦਾ। ਮਿਟਤ ਨਹੀਂ ਹੰਕਾਰ, ਹਉਮੈ ਵੀ ਬਹੁਤ ਹੈ। ਹਾਂਜੀ। ਸੁਨ ਕਰ ਬੋਲੇ ਸ਼੍ਰੀ ਗੁਣ ਖਾਨੀ ਪੰਡਤ ਗੁਣੋ ਹਮਾਰੀ ਬਾਨੀ। ਔਰ ਇਹ ਚੇਤਾ ਰੱਖਣਾ, ਜਦੋਂ ਲੜਾਈ ਹੁੰਦੀ ਹੈ ਨਾ, ਲੜਾਈ ਪੈਸਿਆਂ ਦੀ ਨਹੀਂ ਜੀ ਹੁੰਦੀ। ਤੁਹਾਡੇ ਕੋਲੇ ਕਰੋੜਾਂ ਅਰਬਾਂ ਹੋਣ, ਮੇਰੇ ਕੋਲੇ ਅਰਬਾਂ ਕਰੋੜਾਂ ਹੋਣ, ਪੈਸਾ ਆਪਸ ਵਿੱਚ ਕਦੇ ਨਹੀਂ ਲੜਦਾ। ਕੀ ਲੜਦਾ ਹੈ? ਪੈਸੇ ਦਾ ਹੰਕਾਰ। ਪਦਵੀਆਂ ਆਪਸ ਵਿੱਚ ਨਹੀਂ ਲੜਦੀਆਂ, ਪਦਵੀਆਂ ਦੇ ਹੰਕਾਰ ਲੜਦੇ ਨੇ। ਜਦੋਂ ਵੀ ਸਿਰ ਆਪਸ ਵਿੱਚ ਟਕਰਾਉਂਦੇ ਨੇ, ਹੰਕਾਰ ਕਰਕੇ ਟਕਰਾਉਂਦੇ ਨੇ। ਦਇਆ ਕਰਕੇ, ਧਰਮ ਕਰਕੇ, ਸਤ ਕਰਕੇ, ਸੰਤੋਖ ਕਰਕੇ, ਧੀਰਜ ਕਰਕੇ ਕੁਛ ਨਹੀਂ ਟਕਰਾਉਂਦਾ। ਉਹ ਕਹਿਣ ਲੱਗੇ ਮਹਾਰਾਜ ਸਾਡੇ 'ਚ ਹੰਕਾਰ ਵੀ ਬਹੁਤ ਹੈ। ਤਾਂ ਹੀ ਕਹਿੰਦੇ ਨੇ ਵੀ ਇੱਕ ਦਾ ਦੂਜਾ ਦੁਸ਼ਮਣ ਹੁੰਦਾ ਹੈ। ਸੁਣ ਕਰ ਬੋਲੇ ਸ਼੍ਰੀ ਗੁਣ ਖਾਨੀ। ਉਹਨਾਂ ਦਾ ਜਵਾਬ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ, ਪੰਡਤ ਗੁਣੋ ਹਮਾਰੀ ਬਾਨੀ। ਸਤਿਗੁਰੂ ਕਹਿਣ ਲੱਗੇ ਫਿਰ ਅਸੀਂ ਸ਼ਬਦ ਉਚਾਰਦੇ ਹਾਂ ਤੇ ਤੁਸੀਂ ਮਨ ਦੇ ਮੁਨਸਬ ਬਣੋ, ਆਪਣੇ ਮਨ ਨੂੰ ਬਣਾਓ ਮੁਨਸ਼ੀ, ਮਨ ਦੇ ਕੋਲ ਆਪਣਾ ਲਿਖਾਓ ਹਿਸਾਬ ਕਿਤਾਬ ਤੇ ਮਨ ਹੀ ਤੁਹਾਨੂੰ ਦੱਸ ਦੇਗਾ ਕਿ ਇਹਦੇ 'ਚ ਕਸੂਰ ਕਿੱਥੇ ਹੈ, ਗਲਤੀ ਕਿਹਦੀ ਹੈ। ਹਾਂਜੀ। ਅੰਤਰ ਖੋਟ ਨਿਰੰਤਰ ਧਰਹੀ ਕੈਸੇ ਪਾਹੋ ਬੇਦ ਕੋ ਚਰਹੀ। ਕਹਿਣ ਲੱਗੇ ਤੁਹਾਡੇ ਅੰਦਰ ਖੋਟ ਹੈ ਔਰ ਇਹ ਨਿਰੰਤਰ ਹੈ, ਕਦੇ ਮੁੱਕਦਾ ਹੀ ਨਹੀਂ। ਤੇ ਫਿਰ ਵੇਦਾਂ ਦੇ ਕਹੇ ਮੁਤਾਬਕ ਤੁਸੀਂ ਕਿੱਥੇ ਪਹੁੰਚ ਸਕਦੇ ਹੋ? ਸ਼ਾਸਤਰ ਤੇ ਕਹਿੰਦੇ ਨੇ, ਵੇਦ ਵੀ ਕਹਿੰਦੇ ਨੇ,
ਸਿਮਰਤੀਆਂ ਪੁਰਾਣ ਵੀ ਕਹਿੰਦੀਆਂ ਨੇ ਭਾਈ ਇਦਾਂ ਕਰ ਲਓ, ਇਦਾਂ ਕਰ ਲਓ, ਪਰ ਤੁਹਾਡੇ ਅੰਦਰ ਖੋਟ ਹੈ, ਕਮੀ ਹੈ। ਜਿਹੜਾ ਤੁਹਾਡੇ ਅੰਦਰ ਖਲਾ ਪੈਦਾ ਹੋਇਆ ਹੈ ਉਹ ਤੁਹਾਨੂੰ ਕਿਸੇ ਮੰਜ਼ਿਲ ਤੇ ਪਹੁੰਚਣ ਨਹੀਂ ਦਿੰਦਾ। ਹਾਂਜੀ। ਬਿਖੈ ਬਿਕਾਰ ਲਾਲਸਾ ਬਾਡੀ, ਸ਼ਾਂਤ ਬੁੱਧ ਉਰ ਬਾਹਰ ਠਾਂਡੀ। ਤੁਹਾਡੇ ਅੰਦਰ ਵਿਸ਼ੇ ਵਕਾਰ ਨੇ, ਤੁਹਾਡੇ ਅੰਦਰ ਲਾਲਸਾ ਬਹੁਤ ਹੈ, ਇਸੇ ਕਰਕੇ ਤੁਹਾਡੇ ਅੰਦਰ ਸ਼ਾਂਤੀ, ਤੁਹਾਡੇ ਅੰਦਰ ਬੁੱਧ ਇਹ ਖਤਮ ਹੈ। ਦੇਖੋ ਜਦੋਂ ਇਹ ਚੀਜ਼ਾਂ ਆਉਂਦੀਆਂ ਨੇ ਨਾ ਉਦੋਂ ਅਕਲ ਕੰਮ ਨਹੀਂ ਕਰਦੀ। ਅਕਲ ਆਪਣਾ ਫੰਕਸ਼ਨ ਉਦੋਂ ਹੀ ਛੱਡ ਦਿੰਦੀ ਹੈ। ਤਾਂ ਹੀ ਕਹਿੰਦੇ ਨੇ ਜਿਹੜਾ ਕ੍ਰੋਧ ਹੈ ਇਹ ਬੁੱਧੀ ਨੂੰ ਨਿਕਲ ਜਾਂਦਾ ਹੈ। ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਉਦੋਂ ਅਕਲ ਕੰਮ ਨਹੀਂ ਕਰਦੀ। ਇਸੇ ਕਰਕੇ ਅਸੀਂ ਕੋਈ ਨਾ ਕੋਈ ਮਾੜਾ ਸਟੈਪ ਚੁੱਕ ਲੈਂਦੇ ਆ। ਜਦੋਂ ਗੁੱਸਾ ਉਤਰਦਾ ਹੈ ਫਿਰ ਉਹੀ ਅਕਲ ਕਹਿੰਦੀ ਹੈ ਵੀ ਇਹ ਕੀ ਕੀਤਾ ਹੀ, ਆ ਤੈਨੂੰ ਕਰਨ ਦੀ ਕੀ ਲੋੜ ਸੀ। ਇੰਨੀਆਂ ਲਾਹਣਤਾਂ ਲੋਕ ਨਹੀਂ ਪਾਉਂਦੇ ਜਿੰਨੀਆਂ ਫਿਰ ਆਪਣੀ ਅਕਲ ਪਾਉਂਦੀ ਹੈ ਵੀ ਮੂਰਖਾ ਆ ਕੀਤਾ ਕੀ ਇਹ ਤੈਨੂੰ ਕਰਨਾ ਬਣਦਾ ਸੀ। ਤੇ ਗੁੱਸੇ ਦੀ ਤੁਹਾਨੂੰ ਪਤਾ ਬੁਨਿਆਦ ਕਿੰਨੀ ਕੁ ਹੈ, ਬੜੀ ਛੋਟੀ ਹੈ। ਘੰਟਿਆਂ ਬੱਧੀ ਗੁੱਸਾ ਨਹੀਂ ਰਹਿੰਦਾ। ਗੁੱਸਾ ਕਦੋਂ ਹੈ? ਮੈਂ ਘਰ ਛੱਡ ਕੇ ਚੱਲਿਆ, ਜਦੋਂ ਘਰੋਂ ਬਾਹਰ ਨਿਕਲ ਗਏ ਗੁੱਸਾ ਖਤਮ। ਉਦੋਂ ਅਗਲੀ ਗੱਲ ਤੁਰ ਪੈਂਦੀ, ਹੁਣ ਜਾਣਾ ਕਿੱਥੇ ਹੈ, ਰਾਤ ਕਿੱਥੇ ਰਹਿਣਾ ਹੈ, ਕੱਪੜੇ ਕਿੱਥੋਂ ਲੈਣੇ ਨੇ। ਫਿਰ ਪਿੱਛੇ ਨੂੰ ਵੇਖੀਦਾ ਮਾੜਾ ਮਾੜਾ ਵੀ ਕੋਈ ਆਉਂਦਾ ਤੇ ਨਹੀਂ ਮਗਰੋਂ ਮਨਾਉਣ ਵਾਸਤੇ। ਕਿੰਨਾ ਕੁ ਗੁੱਸਾ, ਇੰਨਾ ਹੀ ਹੈ। ਫਿਰ ਗੁੱਸਾ ਆਇਆ, ਚਪੇੜ ਮਾਰਤੀ। ਇੱਕ ਚਪੇੜ ਮਾਰਨ ਤੋਂ ਬਾਅਦ ਅਸੀਂ ਖੁਦ ਹੀ ਲੱਭਦੇ ਨੇ ਵੀ ਕੋਈ ਮੇਰੀ ਬਾਹ ਫੜ ਲੇ, ਕਿਉਂਕਿ ਦੂਜੀ ਅਸੀਂ ਖੁਦ ਵੀ ਨਹੀਂ ਮਾਰਨੀ ਚਾਹੁੰਦੇ। ਗੁੱਸਾ ਇੰਨੇ 'ਚ ਮੁੱਕ ਜਾਂਦਾ। ਫਿਰ ਜੇ ਕੋਈ ਫੜ ਲਵੇ ਤਾਂ ਫਿਰ ਅਸੀਂ ਉਹਦੇ ਨਹੀਂ ਮਾਰਦੇ ਵੀ ਛੱਡ ਮੈਨੂੰ, ਅਸੀਂ ਉਹਦੇ ਹੀ ਕਹੀ ਜਾਂਦੇ ਨਾ 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 ਤੂੰ ਨਾ ਮੈਨੂੰ ਫੜ। ਮਤਲਬ ਗੁੱਸੇ ਦੀ ਕੋਈ ਟਾਈਮ ਲਿਮਿਟ ਨਹੀਂ ਹੈਗੀ। ਮੇਰਾ ਖਿਆਲ ਹੈ ਗੁੱਸੇ ਦੀ ਉਮਰ ਜਿਹੜੀ ਜਾਂ ਜਿਹੜਾ ਟਾਈਮ ਹੈ ਉਹ ਇੱਕ ਅੱਧੇ ਮਿੰਟ ਤੋਂ ਜ਼ਿਆਦਾ ਨਹੀਂ ਹੈਗਾ ਬਸ। ਪਰ ਉਹਦੀ ਸਜ਼ਾ ਜਿਹੜੀ ਹੈ ਉਹ ਪੂਰੀ ਜ਼ਿੰਦਗੀ ਵੀ ਹੋ ਸਕਦੀ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੁਹਾਡੇ ਅੰਦਰ ਵਿਸ਼ੇ ਵਕਾਰ ਨੇ, ਤੁਹਾਡੇ ਅੰਦਰ ਲਾਲਸਾ ਹੈ। ਇਹ ਜਿਹੜੀ ਸ਼ਾਂਤੀ ਵਾਲੀ ਬੁੱਧੀ ਹੈ ਇਹ ਤੁਹਾਡੇ ਕੋਲ ਹੈ ਨਹੀਂ ਹੈ। ਹਾਂਜੀ। ਪੜੋ ਸੁਣੋ ਸਭ ਲੋਕ ਦਿਖਾਵਾ, ਅਸ ਕਹਿ ਪੁਨ ਇੱਕ ਸ਼ਬਦ ਅਲਾਵਾ। ਤੁਹਾਡਾ ਪੜ੍ਹਨਾ, ਤੁਹਾਡਾ ਸੁਣਨਾ ਇਹ ਲੋਕ ਵਿਖਾਵਾ ਹੈ। ਇਹਨੂੰ ਕਹਿੰਦੇ ਨੇ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੈ ਧਰਤੀ ਨਾਲ। ਇਹ ਸਭ ਕੁਝ ਰੋਟੀ ਦੀ ਖਾਤਰ ਕਰ ਰਹੇ ਹੋ ਤੁਸੀਂ। ਇਹ ਤੁਹਾਡੀ ਸਿਮਰਨ ਸਾਧਨਾ ਨਹੀਂ ਹੈ, ਇਹ ਤੁਹਾਡਾ ਮੈਡੀਟੇਸ਼ਨ ਨਹੀਂ ਹੈ, ਇਹ ਤੁਹਾਡਾ ਆਪਣੇ ਆਪ ਨੂੰ ਸਵਾਰਨ ਦਾ ਯਤਨ ਨਹੀਂ ਹੈ। ਹਾਂਜੀ। ਸ੍ਰੀ ਰਾਗ ਮਹੱਲਾ ਪਹਿਲਾ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਲਾਲਚ ਕੁੱਤਾ ਹੈ, ਜਿਹੜਾ ਝੂਠ ਹੈ ਇਹ ਚੂੜਾ ਹੈ, ਜਿਹੜੀ ਠੱਗੀ ਮਾਰ ਕੇ ਖਾਣੀ ਹੈ ਇਹ ਮੁਰਦਾ ਖਾਣ ਦੇ ਤੁੱਲ ਹੈ। ਹਾਂਜੀ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਜਿਹੜੀ ਪਰਾਈ ਨਿੰਦਿਆ ਹੈ ਇਹ ਕਿਸੇ ਦੀ ਗੰਦਗੀ ਖਾਣੀ ਹੈ। ਜਿਹੜੀ ਤੁਹਾਡੇ ਅੰਦਰ ਅਗਨੀ ਹੈ, ਕ੍ਰੋਧ ਹੈ, ਇਹ ਤੁਹਾਡੇ ਅੰਦਰ ਚੰਡਾਲ ਬੈਠਾ ਹੈ। ਆਮ ਕਰਕੇ ਚੰਡਾਲ ਅਸੀਂ ਜਾਂ ਤਾਂ ਗੰਦਗੀ ਢੋਣ ਵਾਲੇ ਨੂੰ ਕਹਿੰਦੇ ਆ ਜਾਂ ਜਿਹੜਾ ਮਰੇ ਪਸ਼ੂ ਢੋਂਦਾ ਸੀ ਉਹਨੂੰ ਕਹਿੰਦੇ ਆ। ਦੇਖੋ ਗੁਰੂ ਜੀ ਨੇ ਕੁਝ ਤਸ਼ਬੀਹਾਂ ਦਿੱਤੀਆਂ ਨੇ। ਅਸੀਂ ਕੁੱਤਾ
ਜਿਹੜਾ ਘਰ ਵਿੱਚ ਪਾਲਤੂ ਜਾਨਵਰ ਉਹਨੂੰ ਕਹਿੰਦੇ ਆ। ਸਤਿਗੁਰੂ ਕਹਿੰਦੇ ਨਹੀਂ, ਤੇਰੇ ਅੰਦਰ ਕੁੱਤਾ ਹੈ ਕਿਹੜਾ, ਜਿਹੜਾ ਲਾਲਚ ਹੈ, ਤੈਨੂੰ ਹਰ ਭਾਂਡੇ 'ਚ ਮੂੰਹ ਪਾਉਂਦਾ ਹੈ। ਅਸੀਂ ਕਿਸੇ ਭੰਗੀ ਨੂੰ, ਕਿਸੇ ਜਮੇਦਾਰ ਨੂੰ, ਘਰ 'ਚ ਗੰਦਗੀ ਸਫਾਈ ਕਰਨ ਵਾਲੇ ਨੂੰ ਕਹਿੰਦੇ ਜੀ ਇਹ ਚੂੜਾ ਹੈ ਜੀ। ਸਤਿਗੁਰੂ ਕਹਿੰਦੇ ਨਹੀਂ, ਤੇਰੇ ਅੰਦਰ ਜਿਹੜਾ ਝੂਠ ਹੈ ਇਹ ਚੂੜਾ ਹੈ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਵੈਸੇ ਮੁਰਦੇ ਜਿਹੜੇ ਹੁੰਦੇ ਨੇ ਉਹ ਕਬਰਾਂ ਵਿੱਚ ਹੁੰਦੇ ਨੇ, ਬੜੀਆਂ ਵਿੱਚ ਹੁੰਦੇ ਨੇ। ਸਤਿਗੁਰੂ ਕਹਿੰਦੇ ਮੁਰਦੇ ਤੇਰੇ ਅੰਦਰ ਬੈਠੇ ਨੇ, ਹਰ ਵਕਤ ਤੂੰ ਠੱਗੀ ਕਰਕੇ ਖਾਣੀ ਚਾਹੁੰਦਾ। ਹਾਂਜੀ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਰਸਾਂ ਕਸਾਂ ਦੇ ਵਿੱਚ, ਆਪਣੀ ਵਡਿਆਈ ਦੇ ਵਿੱਚ ਤੂੰ ਪ੍ਰਵਿਰਤ ਹੈ। ਤੇ ਸਤਿਗੁਰੂ ਕਹਿੰਦੇ ਭਾਈ ਇਦਾਂ ਦੇ ਮੇਰੇ ਕਰਮ ਨੇ। ਸਤਿਗੁਰੂ ਜੀ ਦੀ ਇੱਕ ਬੜੀ ਵੱਡੀ ਵਡਿਆਈ, ਇਹ ਬਹੁਤੀ ਬਾਣੀ ਉੱਤਮ ਪੁਰਖ ਵਿੱਚ ਉਚਾਰਦੇ ਨੇ, ਆਪਣੇ ਤੇ ਲਾਗੂ ਕਰ ਲੈਂਦੇ ਨੇ। ਤਾਂ ਕਿ ਦੂਜੇ ਨੂੰ ਸਮਝਾਇਆ ਜਾ ਸਕੇ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਅੰਦਰ ਬੈਠਾ ਲਾਲਚ, ਅੰਦਰ ਬੈਠਾ ਝੂਠ, ਅੰਦਰ ਬੈਠੀ ਠੱਗੀ, ਅੰਦਰ ਬੈਠੀ ਪਰਾਈ ਨਿੰਦਿਆ, ਅੰਦਰ ਬੈਠੀ ਹੈ ਤ੍ਰਿਸ਼ਨਾ, ਕ੍ਰੋਧ, ਤੇ ਬਾਕੀ ਕੀ ਹੈ? ਬਾਕੀ ਰਸ ਕਸ ਸਵਾਦਾਂ ਦੇ ਵਿੱਚ ਪ੍ਰਵਿਰਤ ਹੈ ਤੂੰ। ਤੇ ਜਿਹੜੀ ਸਿਫਤ ਸਲਾਹ ਉਹ ਬੰਦਾ ਆਪਣੀ ਕਰਦਾ, ਕਿਸੇ ਹੋਰ ਦੀ ਨਹੀਂ ਕਰਦਾ। ਜਦੋਂ ਮਰਜ਼ੀ ਬੰਦੇ ਨੂੰ ਮਾਈਕ ਪੜਾ ਦਿਓ, ਕਦੇ ਸ਼ਾਇਦ ਹੀ ਇਹਦੇ ਮੂੰਹ ਤੋਂ ਨਿਕਲੇ ਕਿ ਰੱਬ ਦਾ ਸ਼ੁਕਰ ਹੈ। ਕਈ ਤੇ ਫਤਿਹ ਵੀ ਨਹੀਂ ਬੁਲਾਉਂਦੇ, ਚਲੋ ਫਤਿਹ ਬੁਲਾਉਣ ਨਾਲ ਹੀ ਰੱਬ ਦੀ ਸਿਫਤ ਹੋ ਸਕਦੀ ਹੈ। ਦੋ ਵਾਰੀ ਵਾਹਿਗੁਰੂ ਤਾਂ ਨਿਕਲੇਗਾ ਨਾ ਮੂੰਹ ਤੋਂ। ਕਈ ਉਦੋਂ ਵੀ ਡਾਂਡੇ ਮਿੰਡੇ ਹੋ ਜਾਂਦੇ ਨੇ, ਸਿੱਧੇ ਹੀ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਇਹ ਮੇਰੇ ਕਰਮ ਨੇ। ਹਾਂਜੀ। ਬਾਬਾ ਬੋਲੀਐ ਪਤ ਹੋਏ, ਊਤਮ ਸੇਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ। ਇਸ ਕਰਕੇ ਹੇ ਭਾਈ ਐਸਾ ਬੋਲੋ ਜਿਹਦੇ ਨਾਲ ਤੁਹਾਨੂੰ ਪਤ ਮਿਲੇ, ਇੱਜ਼ਤ ਮਿਲੇ। ਹੁਣ ਬੜੇ ਲੋਕ ਨੇ ਉਹ ਬੋਲ ਕੇ ਹੀ ਆਪਣੀ ਗੱਲ ਗਵਾ ਲੈਂਦੇ ਨੇ। ਮੈਂ ਤਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਉਹ ਬੋਲੀ ਜਾਂਦਾ ਨਾਲੇ ਕਹੀ ਜਾਂਦਾ ਸਾਧ ਸੰਗਤ ਜੀ ਮਾਫ ਕਰਨਾ। ਤੋ ਇੱਕ ਮੇਰਾ ਮਿੱਤਰ ਉਹ ਕਹਿੰਦਾ ਵੀ ਜੇ ਇਹਦੀ ਕੈਸਟ ਦੇ ਵਿੱਚੋਂ CD ਚੋਂ ਮਾਫ ਕਰਨਾ ਬਾਹਰ ਕੱਢ ਦਈਏ ਤਾਂ ਘੰਟੇ ਦੀ 45 ਮਿੰਟ 'ਚ ਆ ਜਾਣੀ ਹੈ ਵਾਪਸ। ਤੇ ਲੋੜ ਕੀ ਹੈ ਘੜੀ ਘੜੀ ਕਹਿਣਾ ਜੀ ਮਾਫ ਕਰ ਦਿਓ, ਪਹਿਲਾਂ ਉਲਟਾ ਬੋਲ ਲਓ ਫਿਰ ਮਾਫ ਕਰ ਦਿਓ। ਤੋ ਸਤਿਗੁਰੂ ਇੱਥੇ ਇਸ ਬਾਣੀ ਵਿੱਚ ਸਮਝਾਉਂਦੇ ਨੇ ਕਿ ਭਾਈ ਉਹ ਬੋਲੋ ਜਿਹਦੇ ਨਾਲ ਤੁਹਾਨੂੰ ਇੱਜ਼ਤ ਮਿਲੇ। ਜਿਤ ਬੋਲਿਆ ਪਤ ਪਾਈ ਹੈ, ਸੋ ਬੋਲਿਆ ਪ੍ਰਵਾਨ। ਤੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਿੱਥੇ ਬੋਲ ਕੇ ਮਾਫੀ ਮੰਗਣੀ ਪਵੇ ਉੱਥੇ ਤਾਂ ਪਹਿਲੀ ਹੱਥ ਜੋੜ ਦੇਣੇ ਚਾਹੀਦੇ ਨੇ ਵੀ ਨਹੀਂ ਜੀ ਮੈਨੂੰ ਮਾਫ ਕਰੋ ਤੁਸੀਂ। ਹਾਂਜੀ। ਰਸ ਸੋਹਿਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ। ਜੀਵਨ ਦੇ ਵਿੱਚ ਇੰਨੇ ਰਸ ਨੇ, ਸੋਨੇ ਦੇ, ਚਾਂਦੀ ਦੇ, ਇਸਤਰੀ ਦੇ, ਖੁਸ਼ਬੂਈਆਂ ਦੇ। ਹਾਂਜੀ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਹਾਸ। ਘੋੜਿਆਂ ਦੇ ਰਸ, ਮਿੱਠੇ ਦੇ ਰਸ, ਮਾਸ ਦੇ ਰਸ, ਸੋਹਣੇ ਸੇਜ ਬਿਸਤਰੇ ਜਿਹਨੂੰ ਆਪਾਂ ਫਰਨੀਚਰ ਕਹਿੰਦੇ, ਸੋਫੇ ਕਹਿੰਦੇ ਆ, ਇਹ ਵੀ ਇੱਕ ਰਸ ਹੈ। ਬੜੇ ਬੜੇ ਲੱਖਾਂ ਲੱਖਾਂ ਰੁਪਈਆਂ ਦੀਆਂ ਲੋਕ ਚੀਜ਼ਾਂ ਮੰਗਾ ਕੇ ਉਹਨਾਂ ਤੇ ਬਹਿੰਦੇ ਸੌਂਦੇ ਨੇ। ਹਾਂਜੀ। ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਜਿੱਥੇ ਸਰੀਰ ਵਿੱਚ ਇੰਨੇ ਰਸ ਹੋਣਗੇ ਉੱਥੇ ਨਾਮ ਦਾ ਵਾਸਾ ਕਿੱਥੇ ਹੋਏਗਾ ਭਾਈ। ਪੰਡਤ ਪੁੱਛਦੇ ਬੈਠੇ ਕਾਸ਼ੀ ਵਾਲੇ, ਸਤਿਗੁਰੂ ਜੀ ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਸਮੇਂ ਦੀ ਇੱਕ ਆਪਣੀ ਸੀਮਾ ਹੈ ਕਿਉਂਕਿ ਕਰਫਿਊ ਵੀ ਲੱਗਾ ਹੋਇਆ ਹੈ। ਸੋ
ਇਸ ਦੇ ਨਾਲ ਹੀ ਦੀਵਾਨ ਦੀ ਵੀ ਸਮਾਪਤੀ ਹੈ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਸਤਿਗੁਰ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ